ਸਾਡੇ ਜਿਹੜੇ ਸਰकारी ਹਸਪਤਾਲ ਦੇ ਵਿੱਚ ਡਾਕਟਰਾਂ ਦੀ ਜਿਹੜੀ ਘਾਟ ਸੀ ਉਹ ਪਹਿਲਾਂ ਘਾਟ ਸੀ, ਹੁਣ ਉਸ ਤੋਂ ਬਾਅਦ ਦੇ ਵਿੱਚ ਸਾਡੇ ਹਸਪਤਾਲ ਦਾ ਗਲਾ ਘੁੱਟ ਦਿੱਤਾ ਗਿਆ। ਸਾਡੇ ਸਰकारी ਹਸਪਤਾਲ ਦੇ ਵਿੱਚ ਜਿੱਥੇ ਡਾਕਟਰਾਂ ਦੀ ਇਕੱਲੀ ਬਦਲੀ ਹੁੰਦੀ ਸੀ, ਹੁਣ ਚੱਕ ਕੇ ਸਟਾਫ ਨਰਸਾਂ ਦੀ ਵੀ ਬਦਲੀ ਕਰਤੀ। ਹਸਪਤਾਲ ਨੂੰ ਜਿੰਦਾ ਲੱਗ ਰਿਹਾ ਹੈ। ਹਸਪਤਾਲ ਦੀਆਂ ਜਿਹੜੀਆਂ ਕੁਰਸੀਆਂ ਡਾਕਟਰਾਂ ਦੀਆਂ ਕੁਰਸੀਆਂ ਉਹ ਚੀਕ ਚੀਕ ਕੇ ਕਹਿ ਰਹੀਆਂ ਕਿ ਸਾਨੂੰ ਡਾਕਟਰ ਚਾਹੀਦੇ ਆ। ਪ੍ਰਧਾਨ ਮੰਤਰੀ ਨੂੰ ਪੁੱਛਦੇ ਹੁੰਦੇ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਸਾਨੂੰ ਇਹ ਦੱਸ ਦਿਓ ਅੱਛੇ ਦਿਨ ਕਬ ਆने ਵਾਲੇ ਆ। ਤੇ ਮੈਂ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਮਾਨ ਸਾਹਿਬ ਸਾਨੂੰ ਇਹ ਗੱਲ ਦੱਸ ਦਿਓ ਕਿ ਬਦਲਾਅ ਵਾਲੇ ਦਿਨ ਕਬ ਆने ਵਾਲੇ ਆ। ਹਸਪਤਾਲ ਦੇ ਮੂਹਰਲੇ ਪਾਸੇ ਬੋਰਡ ਲੱਗਿਆ ਤੁਸੀਂ ਦੇਖਿਆ, ਜਿਹਦੇ 'ਚ ਕਿਹਾ ਕਿ 24% ਵਾਧਾ। 24% ਦੀ ਛੱਡੋ, ਜਿਹੜੇ ਪਹਿਲਾਂ ਮਾੜੇ ਮੋਟੇ 5% ਸੀ ਉਹ ਵੀ ਸਾਥੋਂ ਡਾਕਟਰ ਖੋਲੇ ਗਏ ਆ। ਸਾਡੇ ਭਦੌੜ ਦੇ ਲੋਕਾਂ ਦਾ ਕਸੂਰ ਇਹ ਹੈ ਕਿ ਅਸੀਂ ਵੋਟਾਂ ਪਾਈਆਂ। ਭਦੌੜ ਦੇ ਲੋਕ ਜਿਹਨੂੰ ਵੀ ਐਮਐਲਏ ਬਣਾਉਂਦੇ ਆ, ਜਿਹਨੂੰ ਵੀ ਅਸੀਂ ਆਪਦਾ ਨੇਤਾ ਚੁਣਦੇ ਆ, ਉਹ ਭਦੌੜ ਨੂੰ ਕਿਉਂ ਭੁੱਲ ਜਾਂਦਾ। ਸਾਡੀਆਂ ਬੀਬੀਆਂ ਖੜੀਆਂ ਦਵਾਈ ਲੈਣ ਆਈਆਂ, ਹੱਥ 'ਚ ਪਰਚੀ ਆ, ਮੂਹਰੇ ਡਾਕਟਰ ਨਹੀਂ। ਜਿੱਥੇ ਡਾਕਟਰ ਹੁੰਦਾ ਪਰ ਦਵਾਈ ਨਹੀਂ। ਸਰਕਾਰ ਜੀ ਜਾਂ ਸਾਨੂੰ ਦਵਾਈ ਦੇ ਦਿਓ ਜਾਂ ਸਾਨੂੰ ਸਾਡੇ ਲੋਕਾਂ ਨੂੰ ਭਦੌੜ ਦੇ ਨੂੰ ਇੱਕ ਵੱਡੇ ਸਾਰੇ ਟੱਬ ਦੇ ਵਿੱਚ ਪਾ ਕੇ ਸਲਫਾਸ ਦੀਆਂ ਗੋਲੀਆਂ ਦੇ ਦੇ। ਅਸੀਂ ਇੱਕ ਵਾਰਡ ਦੇ ਵਿੱਚ 4-5 ਮਹੱਲੇ ਹੁੰਦੇ ਆ, ਕੀ ਉਹ 4-5 ਥਾਵਾਂ ਤੇ ਉਹ ਖੋਲੇ ਜਾਣਗੇ ਮੁਹੱਲਾ ਕਲੀਨਿਕ? ਕੋਈ ਮੁਹੱਲਾ ਕਲੀਨਿਕ ਨਹੀਂ ਇਹਨਾਂ ਨੇ ਖੋਲ੍ਹਣੇ। ਨੌਜਵਾਨਾਂ ਨੂੰ ਪਹਿਲਾਂ ਨਸ਼ੇ ਤੇ ਲਾ ਲਿਆ, ਅੱਜ ਉਹ ਜਿਵੇਂ ਇੱਕ ਭੀਖ ਮੰਗਦੇ ਹੁੰਦੇ, ਇਸ ਤਰ੍ਹਾਂ ਭੀਖ ਮੰਗਦੇ ਆ ਕੇ ਗੋਲੀ ਦੀ। ਸਾਨੂੰ ਜਦੋਂ ਹਸਪੀਟਲ ਦੀ ਕੋਈ ਸਿਸਟਮ ਨਹੀਂ ਦੇ ਰਹੇ ਹੈਗੇ, ਐਜੂਕੇਸ਼ਨ ਦਾ ਤਾਂ ਦੂਰ ਦੀ ਗੱਲ ਰਹਿ ਗਈ। ਭਦੌੜ ਨਾਲ ਤਾਂ ਮਤਰੇਈ ਮਹਾਰਾਜ ਸਲੂਕ ਕਰ ਰਹੇ ਹੈਗੇ। ਚਲੋ ਕਾਲੀ ਮਾੜੇ ਸੀ, ਕਾਂਗਰਸ ਮਾੜੀ ਸੀਗੀ। ਜਿੰਨੀ ਕੁ ਕਾਂਗਰਸ ਮੌਕੇ ਕਾਲੀਆਂ ਮੌਕੇ ਹਸਪੀਟਲ ਚੱਲਦਾ ਸੀ, ਉਹਨਾਂ ਦਾ ਚੱਲਦਾ ਦੇ ਦਿਓ ਯਾਰ। ਫਿੱਟੇ ਮੂੰਹ ਇਹੋ ਜਿਹੀ ਸਰਕਾਰ ਦੇ। ਇਹ ਬੰਦਾ ਜਿਹੜਾ ਮੁੱਖ ਮੰਤਰੀ ਹੈ ਉਹੀ ਚੁਟਕਲੇ ਸੁਣਾਉਣ ਵਾਲਾ ਨਹੀਂ ਰਹਿ ਗਿਆ। ਸਾਡੇ ਸਰਦਾਰ ਲਾਭ ਸਿੰਘ ਉਗੋਕੇ ਆ, ਸਾਡੇ ਦੁੱਖ ਦਰਦ ਸੁਣਨ ਲਈ ਨਹੀਂ ਆ ਰਿਹਾ। ਇੱਥੇ ਗੰਦੇ ਪਾਣੀ ਨਾਲ ਅਸੀਂ ਜੂਝ ਰਹੇ ਹਾਂ। ਸਾਡੇ ਛੱਪੜ ਹੈ ਜਿਹੜੇ ਓਵਰਫਲੋ ਹੋ ਚੁੱਕੇ ਆ, ਸੀਵਰੇਜ ਬੰਦ ਪਿਆ। ਇਹਨੇ ਚੰਨੀ ਦੀ ਸਰਕਾਰ ਨੂੰ, ਕਾਂਗਰਸ ਦੀ ਸਰਕਾਰ ਨੂੰ ਅਲੀ ਬਾਬਾ 40 ਚੋਰ ਦਾ ਖਿਤਾਬ ਦਿੱਤਾ ਸੀ। ਇਹਨੂੰ ਆਪਾਂ ਦਿੰਨੇ ਆ ਏਰਾ ਫੇਰੀ 420 ਦਾ। ਭਦੌੜ ਜੋ ਕਿ 2022 ਦੇ ਇਲੈਕਸ਼ਨਾਂ ਦੇ ਵਿੱਚ ਹੌਟ ਸੀਟ ਮੰਨਿਆ ਜਾਂਦਾ ਸੀ। ਇਹ ਕਿਹਾ ਜਾਂਦਾ ਸੀ ਕਿ ਇਹ ਬੜਾ ਤੱਤੀ ਸੀਟ ਹੈ, ਗਰਮ ਸੀਟ ਹੈ, ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਥੋਂ ਚੋਣ ਲੜਨ ਆਏ। ਦੂਜੇ ਪਾਸੇ ਲਾਭ ਸਿੰਘ ਉਗੋਕੇ ਬਾਰੇ ਪ੍ਰਚਾਰ ਕੀਤਾ ਜਾਂਦਾ ਸੀ ਕਿ ਬੜੇ ਗਰੀਬ ਪਰਿਵਾਰ ਚੋਂ ਹੈ। ਭਦੌੜ ਦੇ ਲੋਕਾਂ 'ਚ ਇੱਕ ਗੱਲ ਮੰਨੀ ਜਾਂਦੀ ਹੈ ਕਿ ਇਨਕਲਾਬੀ ਹੈ। ਇਹ ਉਹ ਬੰਦੇ ਨੂੰ ਜਿਤਾਉਂਦਾ ਜਿਹਨੂੰ ਸੋਚਿਆ ਵੀ ਨਹੀਂ ਹੁੰਦਾ। ਇਹ ਹਵਾ ਤੋਂ ਉਲਟ ਚੱਲਦੇ ਆ। ਇਸੇ ਕਰਕੇ ਇੱਥੋਂ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਲਾਭ ਸਿੰਘ ਉਗੋਕੇ ਨੂੰ ਜਿਤਾਇਆ ਗਿਆ। ਇਹ ਕਰਕੇ ਕਿ ਬਦਲਾਅ ਆਵੇਗਾ, ਇਨਕਲਾਬ ਆਵੇਗਾ, ਸਮੱਸਿਆਵਾਂ ਦੂਰ ਹੋਣਗੀਆਂ। ਸਮੱਸਿਆਵਾਂ ਦੂਰ ਹੋਈਆਂ ਜਾਂ ਨਹੀਂ ਹੋਈਆਂ ਇਹ ਹੁਣ ਤੁਹਾਨੂੰ ਤਸਵੀਰ ਦਿਖਾਵਾਂਗੇ। ਜਿਹੜਾ ਸਰਕਾਰੀ ਹਸਪਤਾਲ ਭਦੌੜ ਦੀ, ਜਿਹੜਾ ਲਾਭ ਸਿੰਘ ਉਗੋਕੇ ਦੇ ਹਲਕੇ ਦੇ ਵਿੱਚ ਹੈ, ਉੱਥੇ ਲੋਕ ਇਕੱਠੇ ਹੋਏ ਆ। ਲੋਕ ਇਕੱਠੇ ਇਸ ਲਈ ਹੋਏ ਆ ਕਿ ਸਿਹਤ ਤੇ ਸਿੱਖਿਆ ਦੇ ਨਾਂ ਤੇ ਵੱਡੇ ਵੱਡੇ ਬੋਰਡ ਤੇ ਪੋਸਟਰ ਲਾਉਣ ਵਾਲੀ, ਦਿੱਲੀ ਮਾਡਲ ਕਹਿਣ ਵਾਲੀ ਸਰਕਾਰ ਅੱਜ ਨੰਗੀ ਹੋਣੀ ਹੈ। ਉਹ ਨੰਗੀ ਕਿਉਂ ਹੋਣੀ ਹੈ? ਕਿਉਂਕਿ ਇਸ ਹਸਪਤਾਲ ਦੇ ਵਿੱਚ ਇੱਕ ਵੀ ਡਾਕਟਰ ਨਹੀਂ ਹੈ। ਮੁਹੱਲਾ ਕਲੀਨਿਕਾਂ ਬਣਾਈਆਂ ਜਾ ਰਹੀਆਂ, ਮੁਹੱਲਾ ਕਲੀਨਿਕਾਂ ਦੇ ਪ੍ਰਚਾਰ ਕੀਤੇ ਜਾ ਰਹੇ ਹੈ। 24% ਵਾਧਾ ਕੀਤਾ ਜਾਏ, ਪਰ 24% ਵਾਧਾ ਦਿਖਾਈ ਕੁਛ ਨਹੀਂ ਦਿੰਦਾ। ਹੁਣ ਇਹ ਲੋਕ ਦੱਸਣਗੇ ਵੀ ਇਹ ਇਨਕਲਾਬ ਆਉਣ ਤੋਂ ਬਾਅਦ ਸਿਹਤ ਸਹੂਲਤਾਂ 'ਚ ਕਿੰਨਾ ਕੁ ਇਨਕਲਾਬ ਆਇਆ। ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਰਮਜੀਤ ਸਿੰਘ ਸੇਖੋਂ ਜੀ, ਪ੍ਰਧਾਨ ਪੰਜਾਬੀ ਕਿਰਤੀ ਮਜ਼ਦੂਰ ਯੂਨੀਅਨ, ਤੇ ਸਾਰੇ ਸਾਡੇ ਲੋਕਲ ਜਿਹੜੇ ਪੋਲੀਟੀਕਲ ਪਾਰਟੀਆਂ ਤੋਂ ਪਾਸੇ ਹਟ ਕੇ ਸਾਡੀ ਇੱਕ ਕਮੇਟੀ ਬਣੀ ਹੈ, 21 ਮੈਂਬਰੀ ਕਮੇਟੀ, ਸਿਰਫ ਹਸਪਤਾਲ ਦੇ ਮੁੱਦੇ ਵਾਸਤੇ ਬਣੀ ਹੈ ਕਿ ਸਾਡੇ ਜਿਹੜੇ ਸਰकारी ਹਸਪਤਾਲ ਦੇ ਵਿੱਚ ਡਾਕਟਰਾਂ ਦੀ ਜਿਹੜੀ ਘਾਟ ਸੀ ਉਹ ਪਹਿਲਾਂ ਘਾਟ ਸੀ, ਹੁਣ ਉਸ ਤੋਂ ਬਾਅਦ ਦੇ ਵਿੱਚ ਸਾਡੇ ਹਸਪਤਾਲ ਦਾ ਗਲਾ ਘੁੱਟ ਦਿੱਤਾ ਗਿਆ। ਹਸਪਤਾਲ ਦੇ ਵਿੱਚੋਂ ਸਾਰੇ ਡਾਕਟਰ ਤਾਂ ਜਿਹੜੇ ਅੱਗੇ ਕਿਤੇ ਹੀ ਬਦਲੀ ਹੁੰਦੇ ਸੀਗੇ, ਹੁਣ ਸਾਡੇ ਡਾਕਟਰ ਬਦਲੀ ਕਰਨ ਦੀ ਬਜਾਏ ਨਾਲ ਜਿਹੜੇ ਸਟਾਫ ਨਰਸਾਂ ਸੀ ਕੁੜੀਆਂ, 4 ਕੁੜੀਆਂ ਨੂੰ ਇੱਥੋਂ ਬਦਲੀ ਕਰ ਦਿੱਤਾ ਗਿਆ। ਜਿਹੜੇ ਦੂਜਾ ਇੱਥੇ ਸਟਾਫ ਕੁਝ ਮੁੰਡੇ ਰਹਿ ਗਏ ਆ,
ਉਹਨਾਂ ਨੂੰ ਵੀ ਉੱਥੋਂ ਬਦਲੀ ਕਰਨ ਵਾਸਤੇ ਆਰਡਰ ਆਇਆ ਵਾ। ਬਰਬਰੀ ਆਰਡਰ ਆ ਗਿਆ, ਲਿਖਤੀ ਉਹਨਾਂ ਨੂੰ 1 ਦਿਨ ਦੇ ਵਿੱਚ ਆ ਜਾਣਾ। ਕੱਲ ਕੁਝ ਮਸ਼ੀਨਾਂ ਵੀ ਉੱਥੋਂ ਗਈਆਂ। ਸੋ ਸਾਰੇ ਸਤਿਕਾਰਯੋਗ ਪੰਜਾਬੀ ਵੀਰਾਂ ਨੂੰ, ਤੇ ਖਾਸ ਕਰਕੇ ਤੁਸੀਂ ਭਦੌੜ ਦੀ ਜ਼ਿਕਰ ਕੀਤਾ ਕਿ ਭਦੌੜ ਦੇ ਵਿੱਚ ਇਨਕਲਾਬੀ ਲੋਕ ਹੈ। ਕਿਸੇ ਟਾਈਮ ਤੇ ਸਾਡੇ ਸਤਿਕਾਰਯੋਗ ਲੋਕਾਂ ਨੇ ਇੱਥੇ ਰਾਜੇ ਨੂੰ ਹਰਾਇਆ ਸੀ, ਦੁਆਰੇ ਇੱਥੋਂ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਲੋਕਾਂ ਨੇ ਲਾਭ ਸਿੰਘ ਉਗੋਕੇ ਨੂੰ ਜਿਤਾਇਆ। ਪਰ ਸਾਨੂੰ ਜਿਤਾਉਣ ਦਾ ਛਿੱਟਾ ਕੀ ਮਿਲ ਰਿਹਾ, ਸਾਨੂੰ ਜਿਤਾਉਣ ਦਾ ਇੱਥੇ ਤੋਹਫਾ ਕੀ ਮਿਲ ਰਿਹਾ? ਸਾਡੇ ਸਰਕਾਰੀ ਹਸਪਤਾਲ ਦੇ ਵਿੱਚ ਜਿੱਥੇ ਡਾਕਟਰਾਂ ਦੀ ਇਕੱਲੀ ਬਦਲੀ ਹੁੰਦੀ ਸੀ, ਹੁਣ ਚੱਕ ਕੇ ਸਟਾਫ ਨਰਸਾਂ ਦੀ ਵੀ ਬਦਲੀ ਕਰਤੀ। ਹਸਪਤਾਲ ਨੂੰ ਜਿੰਦਾ ਲੱਗ ਰਿਹਾ। ਸਾਡੇ ਭਦੌੜ ਦੇ ਲੋਕਾਂ ਦਾ ਕਸੂਰ ਇਹ ਹੈ ਕਿ ਅਸੀਂ ਵੋਟਾਂ ਪਾਈਆਂ, ਅਸੀਂ ਜਿਹੜੇ ਨੂੰ ਲੀਡਰ ਨੂੰ ਵੋਟਾਂ ਪਾਉਣੇ ਆ, ਸਾਨੂੰ ਉਹਦਾ ਛਿੱਟਾ ਇਹ ਦਿੰਦੇ ਆ ਕਿ ਬਾਅਦ ਵਿੱਚ ਉੱਥੇ ਸਾਡੇ ਹਸਪਤਾਲ ਦੇ ਲਿਆ ਕੇ ਕੁਹਾੜਾ ਚਲਾਉਂਦੇ ਆ। ਡਾਕਟਰ ਇੱਥੋਂ ਬਦਲੇ ਜਾਂਦੇ ਆ, ਡਾਕਟਰ ਇੱਥੇ ਆਉਂਦੇ ਨਹੀਂ। ਸਰਕਾਰੀ ਹਸਪਤਾਲ ਦੇ ਵਿੱਚ ਮੈਂ ਇੱਕੋ ਹੀ ਗੱਲ ਪੁੱਛਣੀ ਚਾਹੁੰਦਾ ਸਰਕਾਰ ਨੂੰ ਕਿ ਸਾਨੂੰ ਇਹ ਤਾਂ ਦੱਸ ਦਿਓ, ਸਾਡਾ ਸਰਕਾਰੀ ਹਸਪਤਾਲ ਭਦੌੜ ਦਾ ਕਿਹੜੇ ਖਾਤੇ ਦੇ ਵਿੱਚ ਹੈ? ਕਿਤੇ ਕਹਿੰਦੇ ਕਿ ਏ ਹੈ, ਕਿਤੇ ਬੀ ਹੈ, ਕਿਤੇ ਸੀ ਹੈ। ਹੁਣ ਕਹਿੰਦੇ ਤੁਹਾਡੇ ਵਾਲਾ ਜਿਹੜਾ ਹਸਪਤਾਲ ਹੈ ਇਹ ਸੀ ਕਲਾਸ 'ਚ ਹੈ, ਤੁਹਾਡੇ ਡਾਕਟਰ ਨਹੀਂ ਰਹਿਣਾ ਚਾਹੁੰਦੇ। ਮੈਂ ਦੱਸਣਾ ਚਾਹੁੰਦਾ ਕਿ ਸਾਡੇ ਇੱਥੇ ਡਾਕਟਰ ਰਾਜਕੁਮਾਰ ਲੰਮਾ ਟਾਈਮ ਰਹਿ ਕੇ ਗਿਆ, ਡਾਕਟਰ ਔਜਲਾ ਲੰਮਾ ਟਾਈਮ ਰਹਿ ਕੇ ਗਿਆ। ਉਹ ਵੀ ਤਾਂ MBBS ਡਾਕਟਰ ਸੀ, ਉਹ ਵੀ MD ਡਾਕਟਰ ਸੀ, ਉਹ ਸਿਵਲ ਸਰਜਨ ਵੀ ਬਣੇ। ਮੈਂ ਕਹਿਣਾ ਚਾਹੁੰਦਾ ਵੀ ਡਾਕਟਰ ਰਹਿਣ ਨੂੰ ਤਿਆਰ ਹੈ, ਲੇਕਿਨ ਸਰਕਾਰ ਦੀਆਂ ਨੀਤੀਆਂ ਤੇ ਇੱਥੇ ਸਰਕਾਰ ਦੇ ਜਿਹੜੀਆਂ ਨੀਤੀਆਂ ਤੇ ਸਾਡੇ ਭਦੌੜ ਦੇ ਨੇਤਾ ਮਾੜੇ ਆ। ਇਸ ਕਰਕੇ ਸਾਡੇ ਜਿਹੜੇ ਹਸਪਤਾਲ ਦਾ ਬੁਰਾ ਹਾਲ ਹੈ। ਜੇ ਮੈਂ ਤੁਹਾਨੂੰ ਦਿਖਾਵਾਂ ਹਸਪਤਾਲ ਦੀਆਂ ਜਿਹੜੀਆਂ ਕੁਰਸੀਆਂ, ਡਾਕਟਰਾਂ ਦੀਆਂ ਕੁਰਸੀਆਂ, ਉਹ ਚੀਕ ਕੇ ਕਹਿ ਰਹੀਆਂ ਕਿ ਸਾਨੂੰ ਡਾਕਟਰ ਚਾਹੀਦੇ ਆ। ਹਸਪਤਾਲ ਦੇ ਮੂਹਰਲੇ ਪਾਸੇ ਬੋਰਡ ਲੱਗਿਆ ਤੁਸੀਂ ਦੇਖਿਆ, ਜਿਹਦੇ 'ਚ ਕਿਹਾ ਕਿ 24% ਵਾਧਾ, 24% ਵਾਧਾ ਸਾਨੂੰ ਦਿਖ ਨਹੀਂ ਰਿਹਾ। ਸਾਡੇ ਤਾਂ ਜਿਹੜੇ ਉਹ ਕੱਟ ਹੈ 24% ਦੀ ਛੱਡੋ, ਜਿਹੜੇ ਪਹਿਲਾਂ ਮਾੜੇ ਮੋਟੇ 5% ਸੀ ਉਹ ਵੀ ਸਾਥੋਂ ਡਾਕਟਰ ਖੋਲੇ ਗਏ ਆ। ਸੋ ਸਾਰੇ ਸਤਿਕਾਰਯੋਗ ਵੀਰਾਂ ਨੂੰ, ਪੰਜਾਬ ਦੇ ਲੋਕਾਂ ਨੂੰ ਜਿੱਥੇ ਅਸੀਂ ਬੇਨਤੀ ਕਰਦੇ ਕਿ ਸਾਡੀ ਆਵਾਜ਼ ਤਾਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚੇ, ਤੇ ਨਾਲ ਹੀ ਮੈਂ ਸਾਡੇ ਸਾਰੇ ਸਤਿਕਾਰਯੋਗ ਪਿੰਡ ਵਾਸੀ ਪਹੁੰਚੇ ਆ, ਇਹਨਾਂ ਦਾ ਧੰਨਵਾਦ, ਕੱਲੇ ਭਰਾ ਦਾ ਧੰਨਵਾਦ ਕਰਦੇ ਜਿਹੜੇ ਇੱਥੇ ਪਹੁੰਚੇ ਆ। ਪਹਿਲਾਂ ਵੀ ਸਾਨੂੰ 2015 ਦੇ 16 'ਚ ਧਰਨਾ ਲਾਉਣਾ ਪਿਆ, ਧਰਨਾ ਲਾ ਕੇ ਅਸੀਂ ਉਦੋਂ ਵੀ ਬੈਠੇ। ਇੱਕ ਗੱਲ ਮੈਂ ਤੁਹਾਨੂੰ ਬੇਨਤੀ ਕਰਦਿਆਂ ਕਿ MLA ਦੇ ਧਿਆਨ ਵਾਲੀ ਗੱਲ ਨਹੀਂ ਕਿ MLA ਦੇ ਧਿਆਨ ਵਿੱਚ ਨਹੀਂ ਹਸਪਤਾਲ ਦਾ ਮੁੱਦਾ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ ਵਿੱਚ ਹੈ। ਕਿਉਂਕਿ 15 ਤੇ 16 'ਚ ਜਦੋਂ ਅਸੀਂ ਧਰਨਾ ਦਿੱਤਾ ਸੀ, ਇੱਕ ਕਰਮਜੀਤ ਨੀਟੂ ਨਾਂ ਦਾ ਮੁੰਡਾ ਸੀ ਜਿਸ ਦੀ ਮੌਤ ਹੋਈ ਸੀ, ਉਸ ਡੈੱਡ ਬੋਡੀ ਨੂੰ ਅਸੀਂ 3 ਕੋਣੀ ਤੇ ਰੱਖ ਕੇ ਪੂਰਾ ਹਫ਼ਤਾ ਧਰਨਾ ਦਿੱਤਾ। ਉਸ ਧਰਨੇ ਦੇ ਵਿੱਚ 2 ਦਿਨ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਸ ਧਰਨੇ ਵਿੱਚ ਬਤੌਰ ਮੈਂਬਰ ਪਾਰਲੀਮੈਂਟ, ਬਤੌਰ MP ਇੱਥੇ ਆਉਂਦਾ ਰਿਹਾ, ਔਰ ਉਦੋਂ ਕਹਿੰਦਾ ਸੀ ਹਸਪਤਾਲਾਂ ਦਾ ਬੁਰਾ ਹਾਲ ਹੈ, ਸਾਡੇ ਲੋਕਾਂ ਨੂੰ ਪਹਿਲਾਂ ਕੀ ਚਾਹੀਦਾ? ਸਭ ਤੋਂ ਪਹਿਲਾਂ ਸਾਨੂੰ ਬਿਮਾਰ ਨੂੰ ਦਵਾਈ ਚਾਹੀਦੀ ਹੈ, ਨੌਜਵਾਨ ਨੂੰ ਪੜ੍ਹਾਈ ਚਾਹੀਦੀ ਹੈ, ਉਸ ਤੋਂ ਬਾਅਦ ਨੌਜਵਾਨਾਂ ਨੂੰ ਰੋਜ਼ਗਾਰ ਚਾਹੀਦਾ। ਸਾਡੇ ਵਾਸਤੇ ਨਾ ਰੋਜ਼ਗਾਰ ਹੈ, ਨਾ ਸਾਡੇ ਵਾਸਤੇ ਪੜ੍ਹਾਈ ਹੈ, ਨਾ ਸਾਡੇ ਵਾਸਤੇ ਦਵਾਈ ਹੈ। ਮੈਂ ਪੁੱਛਣਾ ਚਾਹੁੰਦਾ ਕਿ ਸਾਡਾ ਕਸੂਰ ਕੀ ਹੈ? ਭਦੌੜ ਦੇ ਲੋਕਾਂ ਦਾ ਕਸੂਰ ਕੀ ਹੈ? ਭਦੌੜ ਦੇ ਲੋਕ ਜਿਹਨੂੰ ਵੀ MLA ਬਣਾਉਂਦੇ ਆ, ਜਿਹਨੂੰ ਵੀ ਅਸੀਂ ਆਪਦਾ ਨੇਤਾ ਚੁਣਦੇ ਆ, ਉਹ ਭਦੌੜ ਨੂੰ ਕਿਉਂ ਭੁੱਲ ਜਾਂਦਾ? ਅੱਜ ਭਦੌੜ ਦੇ ਸਾਰੇ ਲੋਕ ਖੜੇ ਆ, ਸਾਰੀਆਂ ਜਥੇਬੰਦੀਆਂ, ਮਜ਼ਦੂਰ ਕਿਸਾਨ ਜਥੇਬੰਦੀਆਂ, ਅਸੀਂ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਇੱਕ ਭਾਈਚਾਰੇ ਦੇ ਤੌਰ ਤੇ ਸਰਕਾਰ ਨੂੰ ਬੇਨਤੀ ਕਰਨ ਵਾਸਤੇ ਕਿ ਬੇਨਤੀ ਆ ਪਹਿਲਾਂ ਸਾਡੀ ਬੇਨਤੀ ਨੂੰ ਪ੍ਰਵਾਨ ਕਰੇ ਸਰਕਾਰ। ਜੇ ਬੇਨਤੀ ਨਹੀਂ ਫਿਰ ਬੇਨਤਾ ਕਰਨ ਜਾਣਦੀ ਆ ਸਾਡੀ ਜਨਤਾ। ਅਸੀਂ ਉਹ ਲੋਕ ਹੈ ਜਿਹੜੇ ਲੋਕ ਇੱਥੋਂ ਇਨਕਲਾਬੀ, ਕਿਤੇ ਗਦਰੀ ਬਾਬਿਆਂ ਦੀਆਂ ਲਹਿਰਾਂ, ਚਾਹੇ ਇੱਥੋਂ ਕੂਕਾ ਲਹਿਰਾਂ, ਚਾਹੇ ਇੱਥੋਂ ਸਾਡੇ ਭਦੌੜ ਦੀ ਕੰਸਟੀਚੂੰਸੀ 'ਚੋਂ ਬਹੁਤ ਵੱਡੀਆਂ ਲਹਿਰਾਂ ਉੱਠੀਆਂ। ਨੈਕਸਲੈਂਟ ਮੂਵਮੈਂਟਾਂ ਵੀ ਇਸੇ ਭਦੌੜ ਕੰਸਟੀਚੂੰਸੀ 'ਚੋਂ ਉੱਠੀਆਂ ਸੀ। ਜੇ ਸਾਡੇ ਲੋਕਾਂ ਨੇ ਇਸੇ ਤਰ੍ਹਾਂ ਦਾ ਵਰਤਾਓ ਰਿਹਾ, ਲੋਕ ਸੜਕਾਂ ਤੇ ਆਉਣਗੇ। ਇਹਨਾਂ ਦੇ ਮੰਤਰੀਆਂ ਨੂੰ, ਇਹਨਾਂ ਦੇ MLA ਨੂੰ, ਇਹਨਾਂ ਦੇ ਅਫਸਰਸ਼ਾਹੀ ਨੂੰ, ਇੱਥੋਂ ਦੇ ਜਿਹੜਾ ਸਿਵਲ ਸਰਜਨ ਹੈ ਉਹ ਵੀ ਸਾਨੂੰ ਘੇਰਨਾ ਔਖਾ ਨਹੀਂ ਹੋਊ, ਕਿਉਂਕਿ ਬਰਨਾਲੇ ਹੀ ਹੈ। ਅਸੀਂ ਇਹਨਾਂ ਦੇ ਮੰਤਰੀਆਂ ਨੂੰ ਇਸੇ ਸੜਕਾਂ ਤੇ ਨਹੀਂ ਚੜ੍ਹਨ ਦੇਵਾਂਗੇ ਜੇ ਆਹੀ ਸਾਡੇ ਨਾਲ ਹਾਲਾਤ ਰਹੇ। ਆ ਤੁਸੀਂ ਦੇਖੋ ਸਾਡੀਆਂ ਕੁੜੀਆਂ ਖੜੀਆਂ, ਸਾਡੀਆਂ ਬੀਬੀਆਂ ਖੜੀਆਂ, ਦਵਾਈ ਲੈਣ ਆਈਆਂ, ਹੱਥ 'ਚ ਪਰਚੀ ਆ, ਮੂਹਰੇ ਡਾਕਟਰ ਨਹੀਂ। ਜਦੋਂ ਡਾਕਟਰ ਹੁੰਦਾ ਪਰ ਦਵਾਈ ਨਹੀਂ। ਇਹ ਵਾਅਦੇ ਕਰਦੇ 24% ਵਾਲੇ। ਮੈਂ ਬੇਨਤੀ ਕਰਨੀ ਚਾਹੁੰਦਾ ਸਤਿਕਾਰਯੋਗ ਵੀਰੋ, ਅੱਜ ਸਾਡਾ ਪਾਰਟੀਆਂ ਦਾ ਮੁੱਦਾ ਨਹੀਂ। ਵੋਟਾਂ 4 ਸਾਲਾਂ ਨੂੰ ਆਉਣ, ਵੋਟਾਂ 3 ਸਾਲਾਂ ਨੂੰ ਆਉਣ, ਵੋਟਾਂ ਦੀ ਬਾਅਦ ਦੀ ਗੱਲ ਹੈ। ਸਾਡੇ ਉਦੋਂ ਪਹਿਲਾਂ ਆ ਕੇ ਸਾਨੂੰ ਦਵਾਈ ਤਾਂ ਦੇਣ। ਦਵਾਈ ਸਾਨੂੰ ਮਿਲ ਨਹੀਂ ਰਹੀ। ਸਾਡੇ ਨੌਜਵਾਨ ਹੈ ਜਿਹੜੇ ਉਹ ਵਿਹਲੇ ਫਿਰ ਰਹੇ ਆ। ਔਰ ਤੁਸੀਂ ਦੇਖ ਰਹੇ ਹੋ ਗੋਲੀਆਂ ਵਾਲਾ। ਅੱਜ ਇੱਕ ਬੜਾ ਵੱਡਾ ਗੱਲ ਸਾਨੂੰ ਮਿਲੀ ਹੈ
ਕਿ ਹਸਪਤਾਲ 'ਚ ਆ ਕੇ ਸਾਨੂੰ ਇੱਕ ਗੱਲ ਦਿਖੀ ਕਿ ਡਾਕਟਰਾਂ ਦਾ ਤਾਂ ਇੱਥੇ ਹਾਲ ਬੁਰਾ ਹੈ, ਡਾਕਟਰ ਮਿਲ ਨਹੀਂ ਰਹੇ। ਜਦੋਂ ਅਸੀਂ ਗੱਲ ਕੀਤੀ ਹੈ ਕਿ ਬਾਈ ਜੀ ਆ ਜਿਹੜਾ ਤੁਸੀਂ ਦਵਾਈ ਵਾਲਾ ਸਿਸਟਮ ਹੈ, ਜੀ ਵਾਲੀ ਗੋਲੀ ਵਾਲਾ, ਇਹ ਤਾਂ ਤੁਸੀਂ ਚਲਾਈ ਬੈਠੇ ਆ। ਕਹਿੰਦੇ ਜੀ ਸਾਨੂੰ ਤਾਂ ਤੋਂ ਹੁਕਮ ਹੈ, ਜੀ ਵਾਲੀ ਗੋਲੀ ਤਾਂ ਦੇਣੀ ਹੈ, ਸਾਨੂੰ ਨਸ਼ਾ ਤਾਂ ਪ੍ਰੋਵਾਈਡ ਕਰ ਰਹੇ ਆ, ਡਾਕਟਰ ਪ੍ਰੋਵਾਈਡ ਨਹੀਂ ਹੋ ਰਹੇ। ਇਹ ਕਿਉਂ? ਕਿਉਂਕਿ ਇੱਥੋਂ ਦਾ ਪ੍ਰਬੰਧ, ਇੱਥੋਂ ਦਾ ਸਿਸਟਮ, ਇੱਥੋਂ ਦਾ ਜਿਹੜਾ ਸਾਰਾ ਸਿਸਟਮ ਹੈ ਉਹ ਗੰਦਾ ਹੋ ਚੁੱਕਾ ਹੈ, ਉਹ ਗੰਧਲਾ ਹੋ ਚੁੱਕਾ ਹੈ। ਮੈਂ ਕਹਿਣਾ ਚਾਹੁੰਦਾ ਕਿ ਇੱਥੋਂ ਦੀਆਂ ਜਿਹੜੀਆਂ ਸਰਕਾਰਾਂ ਸੀ ਪਹਿਲਾਂ, ਚਾਹੇ ਅਕਾਲੀ ਸੀ, ਕਾਂਗਰਸੀ ਸੀ, ਜੋ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੂੰ ਲੋਕਾਂ ਨੇ ਬਦਲ ਕੇ ਰੱਖਤਾ। ਅੱਜ ਜਿਹੜਾ ਤੀਜਾ ਬਦਲ ਲੈ ਕੇ ਆਂਦਾ ਤੇ ਸਾਨੂੰ ਤਾਂ ਤੀਜੇ ਬਦਲ ਵਾਲਿਆਂ ਨੇ ਵੀ ਸੜਕ ਤੇ ਬਿਠਾਤਾ, ਸਾਨੂੰ ਰੋਡ ਤੇ ਬਿਠਾਤਾ, ਹਸਪਤਾਲ ਦੇ ਬਾਹਰ ਦੇ ਮੂਹਰੇ ਅਸੀਂ ਦਵਾਈ ਵਾਸਤੇ ਚੀਕਾਂ ਮਾਰਦੇ ਹਾਂ ਕਿ ਸਾਨੂੰ ਦਵਾਈ ਚਾਹੀਦੀ ਹੈ। ਸੋ ਇਸ ਕਰਕੇ ਮੇਰੀ ਨਿਮਰਤਾ ਸਹਿਤ ਤੇ ਸਾਰੇ ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਆਓ ਭਦੌੜ ਦੇ ਵਿੱਚ ਬੈਠੀਏ ਤਾਂ ਭਦੌੜ ਦੇ ਧਰਨੇ ਤੇ ਬੈਠੀਏ। ਅਗਰ ਜੇ ਪ੍ਰੋਗਰਾਮ ਕੱਲ ਸਾਨੂੰ ਇੱਥੋਂ ਦੇ ਕੁਝ ਆਗੂ ਸਾਹਿਬਾਨ ਜਿਹੜੇ ਆਮ ਆਦਮੀ ਪਾਰਟੀ ਦੇ ਇੱਥੋਂ ਦੇ ਜਿਹੜੇ ਬਤੌਰ ਐਮਸੀ ਤੇ ਪ੍ਰਧਾਨ ਨੇ ਟਰੱਕ ਯੂਨੀਅਨ ਦੇ, ਉਹਨਾਂ ਨੇ ਆ ਕੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਜਲਦ ਲਿਆਵਾਂਗੇ। ਲੇਕਿਨ ਸਾਡਾ ਜਲਦੀ ਨਾਲ ਇਕੱਲਾ ਢਿੱਡ ਨਹੀਂ ਭਰਨਾ। ਅਸੀਂ ਚਾਹੁੰਦੇ ਇੱਥੋਂ ਦਾ ਐਮਐਲਏ, ਇੱਥੋਂ ਦਾ ਮੰਤਰੀ, ਇਹ ਉਹ ਡਾਕਟਰ ਲੈ ਕੇ ਆਵੇ, ਅਸੀਂ ਉਹਦੇ ਗਲ 'ਚ ਹਾਰ ਪਾ ਦਿਆਂਗੇ। ਲੇਕਿਨ ਡਾਕਟਰ ਲੈ ਕੇ ਇਹ ਨਹੀਂ ਵੀ ਇਕੱਲੇ ਡੈਪੂਟੇਸ਼ਨ ਤੇ ਆਉਣ, ਉਹ 4 ਦਿਨਾਂ ਬਾਅਦ ਫਿਰ ਭੱਜ ਜਾਣ, ਫਿਰ ਅਸੀਂ ਇਕੱਠੇ ਹੋਈਏ। ਅਸੀਂ ਚਾਹੁੰਦੇ ਹਾਂ ਸਾਡਾ ਜਿਹੜਾ ਹਸਪਤਾਲ ਹੈ ਇਹਨੂੰ ਉਹ ਏ ਗ੍ਰੇਡ ਦੇ ਵਿੱਚ ਪਾਇਆ ਜਾਵੇ, ਇਹਨੂੰ 100 ਦੀ ਸੂਚੀ ਵਿੱਚ ਪਾਇਆ ਜਾਵੇ, ਇਹਨੂੰ 100 ਦੀ ਸੂਚੀ ਵਿੱਚ ਪਾ ਕੇ ਇੱਥੇ ਪੂਰੇ ਡਾਕਟਰ ਲਾਏ ਜਾਣ। ਅਸੀਂ ਤਾਂ ਕਹਿੰਦੇ ਸੀ ਵੀ ਇੱਥੇ 14 ਡਾਕਟਰ ਪੂਰੇ ਹੋਣਗੇ, ਇੱਥੇ ਤਾਂ 14 ਦੇ ਵਿੱਚੋਂ ਜਿਹੜੇ 4 ਸੀ ਉਹ ਵੀ ਚਲੇ ਗਏ, ਉਹ ਵੀ ਸਰਕਾਰ ਭਜਾ ਕੇ ਲੈ ਗਈ। ਸੋ ਸਾਡੀ ਨਿਮਰਤਾ ਸਹਿਤ ਤੇ ਬੇਨਤੀ ਹੈ, ਬੁਲਾਰੇ ਹੋਰ ਵੀ ਬਹੁਤ ਸਾਰੇ ਵੀਰ ਖੜੇ ਆ, ਉਹਨਾਂ ਨੇ ਬੋਲਣਾ। ਇੱਕ ਸਵਾਲ ਮੈਂ ਤੁਹਾਡੇ ਤੋਂ ਹੋਰ ਲਵਾਂਗਾ, ਉਹ ਇਹ ਹੈ, ਇਹ ਸਰਕਾਰ ਜਦੋਂ ਆਈ ਸੀ ਇਹਨਾਂ ਨੇ ਇੱਕ ਬੜਾ ਜ਼ੋਰ ਦਿੱਤਾ ਸੀ ਦਿੱਲੀ ਮਾਡਲ 'ਚ, ਕਹਿੰਦੇ ਵੀ ਸਿਹਤ ਤੇ ਬਹੁਤ ਜ਼ੋਰ ਦਿੱਤਾ। ਤੁਹਾਨੂੰ ਲੱਗਦਾ ਫਿਰ ਜਿਹੜਾ ਆਹ ਦਿੱਲੀ ਮਾਡਲ ਲਾਗੂ ਹੋ ਰਿਹਾ ਵੀ ਜੇ ਪੂਰਾ ਲਾਗੂ ਹੋ ਗਿਆ ਪੰਜਾਬ ਦਾ ਕੀ ਬਣੂ? ਜਿਹੜਾ ਦਿੱਲੀ ਮਾਡਲ ਦੀ ਗੱਲ ਕਰਦੇ ਹੋ, ਮੈਂ ਇੱਕ ਬੇਨਤੀ ਤੁਹਾਡੇ ਮੀਡੀਆ ਦੇ ਰਾਹੀਂ ਕਰਨੀ ਚਾਹੁੰਦਾ। ਦਿੱਲੀ ਮਾਡਲ ਨਹੀਂ ਸੀ ਉਹ ਪੰਜਾਬ ਦਾ ਮਾਡਲ ਸੀ। ਪੰਜਾਬ ਦੇ ਵਿੱਚ ਮੈਨੂੰ ਨਹੀਂ ਪਤਾ ਕਿਹੜੀ ਸਰਕਾਰਾਂ ਨੇ ਬਣਾਈਆਂ ਸੀ, ਪਿੰਡਾਂ 'ਚ ਡਿਸਪੈਂਸਰੀਆਂ ਬਣੀਆਂ ਸੀ। ਉਹ ਪਹਿਲਾਂ ਪੰਜਾਬ ਦੇ ਵਿੱਚੋਂ ਪੰਜਾਬ ਦਾ ਮਾਡਲ ਜਾ ਕੇ ਦਿੱਲੀ ਦੇ ਵਿੱਚ ਲੈ ਜਾਂਦਾ। ਤੇ ਮੁਹੱਲਾ ਕਲੀਨਿਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੁਹੱਲਾ ਕਲੀਨਿਕ ਦਾ ਮਤਲਬ ਕੀ ਹੈ? ਮੁਹੱਲੇ ਦਾ ਮਤਲਬ ਹੈ ਜਿੱਥੇ 200-400 ਵੋਟ ਹੁੰਦੀ ਆ ਉਹਨੂੰ ਮੁਹੱਲਾ ਕਹਿ ਦਿੰਦੇ ਆ। ਅਸੀਂ ਇੱਕ ਵਾਰਡ ਦੇ ਵਿੱਚ 4-5 ਮੁਹੱਲੇ ਹੁੰਦੇ ਆ, ਕੀ ਉਹ 4-5 ਥਾਵਾਂ ਤੇ ਉਹ ਖੋਲੇ ਜਾਣਗੇ ਮੁਹੱਲਾ ਕਲੀਨਿਕ? 117 ਖੋਲੇ ਜਾਣੇ ਆ। ਤੇ ਸਾਡੇ ਨਾਲ ਪਹਿਲਾਂ ਹੀ ਮਰਤੇਈ ਮਾਂ ਵਾਲਾ ਸਲੂਕ ਹੈ, ਪਹਿਲਾਂ ਹੀ ਸਾਡੇ ਨਾਲ ਤਾਂ ਬਦ ਸਲੂਕੀ ਹੋ ਰਹੀ ਹੈ। ਪਹਿਲਾਂ ਹੀ ਸਾਡਾ ਜਿਹੜਾ ਹਸਪਤਾਲ ਹੈ ਉਹ ਇੱਥੇ ਹਸਪਤਾਲ ਨਹੀਂ। ਵਿਧਾਨ ਸਭਾ ਹਲਕਾ ਭਦੌੜ ਦੇ ਵਿੱਚ ਨਾ ਤਾਂ ਤਹਿਸੀਲ ਹੈ, ਨਾ ਇੱਥੇ ਡਾਕਟਰ ਹੈ, ਨਾ ਇੱਥੇ ਜਿਹੜਾ ਖੇਤੀਬਾੜੀ ਮਹਿਕਮੇ ਦਾ ਕੋਈ ਵੱਡਾ ਜਿਹੜਾ ਦਫ਼ਤਰ ਹੈ, ਨਾ ਇੱਥੇ BDO ਦਫ਼ਤਰ ਹੈ। ਸਾਰੇ ਦੇ ਸਾਰੇ ਦਫ਼ਤਰ ਪਾਸੀ ਹੈ। BDO ਦਫ਼ਤਰ ਸਹਿਣੇ, ਤਹਿਸੀਲ ਤਪੇ। ਸਾਡੇ ਨਾਲ ਤਾਂ ਉਹ ਗੱਲ ਹੋਈ ਕਿ ਅਸੀਂ ਕਹਿੰਦੇ ਸੀ ਕਿ ਸਰਕਾਰ ਹੈ ਜਿਹੜੀ ਵਧੀਆ ਆਊਗੀ, ਸਰਕਾਰ ਚੰਗੀ ਆਊਗੀ, ਸਰਕਾਰ ਸਾਡਾ ਹਾਲ ਚਾਲ ਪੁੱਛੂਗੀ। ਬਦਲਾਅ ਲੈ ਕੇ ਆਏ ਆ, ਇਹ 70 ਸਾਲਾਂ ਦਾ ਬਦਲਾਅ ਹੈ। 70 ਸਾਲਾਂ ਦੇ ਵਿੱਚ ਅਸੀਂ ਇੱਥੇ ਡਾਕਟਰ ਵੀ ਸਾਡੇ ਪੂਰੇ ਹੋ ਜਾਣਗੇ। ਸਾਡੇ ਨੇ ਤਾਂ ਉਹ ਗੱਲ ਹੋ ਗਈ, ਕੋਈ ਬੰਦਾ ਸੀ ਉਹ ਜਾ ਕੇ ਕੋਈ ਕਹਿੰਦਾ, ਕੋਈ ਕਿਸੇ ਨੂੰ ਰਿਸ਼ਤਾ ਨਹੀਂ ਸੁਣਦਾ, ਕਿਸੇ ਦਾ ਵਿਆਹ ਨਹੀਂ ਸੁਣਦਾ। ਉਹ ਕਿਸੇ ਨੇ ਉਹਨੂੰ ਸਿਆਣੇ ਨੇ ਦੱਸਿਆ ਕਿ ਕਹਿੰਦਾ ਜਾ ਬਾਬੇ ਪੀਰ ਮਤੋਈ ਦੀ ਜਗ੍ਹਾ ਹੈ, ਉੱਥੇ 21 ਦਿਨ ਜਾ ਕੇ ਤੂੰ ਜਾਏਗਾ, ਉੱਥੇ ਲੱਸੀ ਪਾਏਗਾ, ਤਾਂ ਲੱਸੀ ਪਾ ਕੇ ਤੈਨੂੰ ਜਦੋਂ 21 ਦਿਨਾਂ ਬਾਅਦ ਤੇਰੀ ਸ਼ਾਦੀ ਹੋ ਜੂ। ਉਹਦਾ ਕੀ ਹਾਲ ਹੋਇਆ? 21 ਦਿਨਾਂ ਤੋਂ ਪਹਿਲਾਂ 15 ਦਿਨਾਂ ਬਾਅਦ ਉਹ ਜਦੋਂ ਲੱਸੀ ਪਾਉਣ ਗਿਆ, ਇੱਕ ਬੰਦੇ ਨੇ ਬਾਜ਼ ਮਾਰੀ, ਆ ਜਾ ਫਲਾਨਾ ਸਿਆ, ਉਹਨੇ ਭੱਜ ਕੇ ਆ ਜਾ। ਉਹਨੇ ਆਖਿਆ ਕਿਤੇ ਸ਼ਾਇਦ ਮੇਰੇ ਰਿਸ਼ਤੇ ਵਾਲੇ ਆਏ ਹੋਣ। ਉਹ ਲੱਸੀ ਦਵਾ ਦਾ ਪਾ ਕੇ ਜਦੋਂ ਪਿੱਛੇ ਨੂੰ ਮੁੜਿਆ, ਉਹ ਕਹਿੰਦਾ ਹਾਂ ਮੈਨੂੰ ਬਾਜ਼ ਮਾਰੀ ਸੀ। ਉਹ ਕਹਿੰਦਾ ਤੇਰੀ ਬੇਬੇ ਮਰ ਗਈ। ਉਹਨੇ ਫਿਰ ਗੜਬੀ ਮਾਰੀ ਚਲਾ ਕੇ, ਉਹ ਕਹਿੰਦਾ ਪੀਰ ਮਤੋਈ ਸਾਨੂੰ ਤਾਂ ਕੀ ਦੇਣੀ ਸੀ, ਸਾਡੇ ਬਾਪੂ ਵਾਲੀ ਵੀ ਖੋਈ। ਸਾਡੇ ਨਾਲ ਉਹ ਹਾਲਾਤ ਹੋ ਗਏ, ਸਾਨੂੰ ਬਦਲਾਅ ਤਾਂ ਆਉਣਾ ਕੀ ਸੀ। ਜਿਹੜੇ ਡਾਕਟਰ ਸੀ ਉਹ ਵੀ ਇੱਥੋਂ ਚਲੇ ਗਏ। ਸੋ ਸਤਿਕਾਰਯੋਗ ਵੀਰੋ, ਮੇਰੀ ਨਿਮਰਤਾ ਸਹਿਤ ਤੇ ਬੇਨਤੀ ਹੈ, ਜਿਹੜੇ ਪਾਰਟੀਆਂ ਵਾਲੇ ਅੰਨੇ ਭਗਤ ਹੈ, ਪਾਰਟੀਆਂ ਬਾਅਦ ਦੇ ਵਿੱਚ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣੀ ਜ਼ਿੰਦਗੀ, ਪਹਿਲਾਂ ਇਨਸਾਨ ਹੈ, ਸਭ ਤੋਂ ਪਹਿਲਾਂ ਸਾਰੇ ਸਾਡੇ ਲੋਕਾਂ ਨੂੰ ਦਵਾਈ ਚਾਹੀਦੀ ਹੈ। ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਇਨਸਾਨ ਨੂੰ ਜ਼ਿੰਦਗੀ ਜਿਉਣ ਵਾਸਤੇ ਢਿੱਲੇ ਮਿੱਸੇ ਹੋਣ ਤੇ ਦਵਾਈ, ਤੇ ਬੱਚੇ ਨੂੰ ਪੜ੍ਹਾਈ, ਵੱਡੇ ਨੂੰ ਰੁਜ਼ਗਾਰ, ਇਹ ਸਾਨੂੰ ਚਾਹੀਦਾ। ਤਾਂ ਹੀ ਬਦਲਾਅ ਲੈ ਕੇ ਆਏ ਸੀ ਇਹ ਸਰਕਾਰ ਨੂੰ। ਹੁਣ ਮੈਂ ਇੱਕੋ ਗੱਲ
ਪੁੱਛਣੀ ਚਾਹੁੰਦਾ। ਸੀਐਮ ਸਾਹਿਬ ਇੱਕ ਗੱਲ ਪੁੱਛਦੇ ਹੁੰਦੇ ਸੀ ਜਦੋਂ ਐਮਪੀ ਸੀ ਪਾਰਲੀਮੈਂਟ 'ਚ, ਉਹ ਪੁੱਛਦੇ ਸੀ ਕਿ ਪ੍ਰਧਾਨ ਮੰਤਰੀ ਨੂੰ ਪੁੱਛਦੇ ਹੁੰਦੇ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਸਾਨੂੰ ਇਹ ਦੱਸ ਦਿਓ ਅੱਛੇ ਦਿਨ ਕਬ ਆਉਣੇ ਵਾਲੇ ਆ। ਤੇ ਮੈਂ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਮਾਨ ਸਾਹਿਬ ਸਾਨੂੰ ਇਹ ਗੱਲ ਦੱਸ ਦਿਓ ਕਿ ਬਦਲਾਅ ਵਾਲੇ ਦਿਨ ਕਬ ਆਉਣੇ ਵਾਲੇ ਆ, ਇਹ ਬਦਲਾਅ ਕਦੋਂ ਆਉਣਗੇ। ਇਹ ਸਾਡੀ ਨਿਮਰਤਾ ਸਹਿਤ ਤੇ ਬੇਨਤੀ ਹੈ। ਔਰ ਸਾਰੇ ਸਾਡੇ ਸਤਿਕਾਰਯੋਗ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ, ਕੋਈ ਇਹਦੇ 'ਚ ਪਾਰਟੀ ਨਹੀਂ, ਕੋਈ ਸਾਡੀ ਪਾਰਟੀਬਾਜ਼ੀ ਨਹੀਂ, ਸਾਡੀ ਇੱਕੋ ਪਾਰਟੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਇਨਸਾਨ ਹੈ। ਜੋ ਸਾਡੇ ਬਾਬੇ ਨਾਨਕ ਨੇ ਕਿਹਾ ਸੀ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਕੇ ਸਭ ਜਗ ਪੁਜਿਆ, ਕੌਣ ਭਲੇ ਕੌਣ ਮੰਦੇ। ਅਸੀਂ ਨਹੀਂ ਜਾਣਦੇ ਕਿਹੜੀ ਪਾਰਟੀ ਤੇ ਕਿਹੜੀ ਪਾਰਟੀ ਨਹੀਂ, ਸਾਰੇ ਇੱਕੋ ਜਿਹੇ ਸੰਤਾ ਲੱਗਦੇ ਆ। ਸਾਡਾ ਮਤਲਬ ਕੱਲਾ ਜਿਹੜਾ ਦਵਾਈ ਤੇ ਇੱਥੋਂ ਦੀ ਜਿਹੜੀ ਸਾਡੇ ਲੋਕਾਂ ਦੀ ਤੰਦਰੁਸਤੀ ਵਾਸਤੇ ਹਸਪਤਾਲ 'ਚ ਡਾਕਟਰ ਚਾਹੀਦੇ ਆ। ਲਾਭ ਸਿੰਘ ਗੋਗੋਕੇ ਬਾਰੇ ਬੜਾ ਪ੍ਰਚਾਰ ਸੀ ਕਿ ਉਹ ਕਹਿੰਦੇ ਹੁੰਦੇ ਸੀ, ਐਡ ਵੀ ਚੱਲਦੀ ਸੀ ਉਹਨਾਂ ਦੀ, ਨੰਬਰ 2 ਤੇ ਇੰਟਰਵਿਊ ਵੀ ਉਹ ਘਰ 'ਚ ਪਾ ਕੇ ਇਹ ਦਿਖਾਉਂਦੇ ਹੁੰਦੇ ਸੀ ਮੈਂ ਬੜੇ ਗਰੀਬ ਪਰਿਵਾਰ 'ਚੋਂ ਹਾਂ। ਉਹਨਾਂ ਦੀ ਮਾਤਾ ਵੀ ਸਕੂਲ 'ਚ ਕੰਮ ਕਰਦੇ ਸੀ। ਕਿ ਜਦੋਂ ਐਮਐਲਏ ਬਣ ਗਏ ਉਦੋਂ ਜਿਹੜੇ ਦੂਜੇ ਗਰੀਬ ਆ ਉਹਨਾਂ ਦਾ ਹੁਣ ਦਰਦ ਭੁੱਲ ਗਏ, ਕਿਉਂਕਿ ਜਿਹਨੇ ਚੀਜ਼ ਹੰਡਾਈ ਹੋਵੇ ਉਹਨੂੰ ਬੜਾ ਪਤਾ ਹੁੰਦਾ ਕਿ ਯਾਰ ਗਰੀਬੀ ਕੀ ਹੁੰਦੀ ਹੈ। ਕੀ ਉਹ ਹੁਣ ਭੁੱਲ ਗਏ ਵੀ ਆਹ ਗਰੀਬ ਜਿਹੜੇ ਇੱਕ ਦਵਾਈ ਲਈ, ਟੈਸਟਾਂ ਲਈ, ਇਲਾਜ ਲਈ ਤਰਸ ਰਹੇ ਆ? ਬਹੁਤ ਵਧੀਆ ਤੁਸੀਂ ਸਵਾਲ ਕੀਤਾ ਹੈ। ਸਾਡੇ ਸਤਿਕਾਰਯੋਗ ਐਮਐਲਏ ਸਰਦਾਰ ਲਾਭ ਸਿੰਘ ਗੋਗੋਕੇ ਜਿਹੜੇ ਇੱਕ ਗਰੀਬ ਘਰ ਦੇ ਵਿੱਚ ਸੀ, ਗਰੀਬ ਪਰਿਵਾਰ ਦੇ ਵਿੱਚੋਂ ਸੀ, ਪਰ ਇਹ ਕੁਦਰਤੀ ਗੱਲ ਹੈ। ਉਹ ਇਹੋ ਜਿਹੀ ਚੇਅਰ ਹੈ, ਇਹੋ ਜਿਹੀ ਸ਼ੀਟ ਹੈ ਜਿਹੜੀ ਐਮਐਲਏ ਦੀ, ਜਦੋਂ ਉਹਨੂੰ ਚੰਗੇ ਜਾ ਕੇ 5 ਸਟਾਰ ਹੋਟਲਾਂ 'ਚ 5 ਸਟਾਰ ਕਮਰਿਆਂ ਦੇ ਵਿੱਚ ਬੈਠਣ ਲੱਗ ਜਾਂਦੇ ਆ। ਸਾਡੇ ਲੋਕਾਂ ਨੂੰ ਸਾਰਿਆਂ ਨੂੰ ਭੁੱਲ ਜਾਂਦੇ ਆ, ਪਹਿਲਾਂ ਵਾਲੇ ਵੀ ਭੁੱਲਦੇ ਰਹੇ। ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਕੋਈ ਐਮਪੀ ਸੀ, ਉਹ ਕਹਿੰਦਾ ਜੀ ਮੇਰਾ ਮੋਢਾ ਦੁਖਣ ਲੱਗ ਗਿਆ ਜਦੋਂ ਕਿਸਾਨਾਂ ਦਾ ਮੁੱਦਾ ਉੱਥੇ ਪਾਰਲੀਮੈਂਟ ਗੂੰਜਣਾ। ਐਮਐਲਏ ਰਹੇ ਚਲੋ ਮੈਂ ਨਾਂ ਨਹੀਂ ਲੈਣਾ, ਸਾਡੇ ਉਸ ਦਾ ਐਮਐਲਏ ਐਮਪੀ ਸਾਹਿਬ ਦਾ ਮੋਢਾ ਦੁਖਣ ਲੱਗ ਗਿਆ ਜਦੋਂ ਕਿਸਾਨਾਂ ਦਾ ਮੁੱਦਾ ਪਾਰਲੀਮੈਂਟ 'ਚ ਵਿਰੁੱਧ ਮਤਾ ਆਇਆ ਸੀ। ਉਹਨਾਂ ਨੇ ਸਾਡੀ ਪੰਜਾਬ ਦੇ ਲੋਕਾਂ ਦੀ ਬਾਜ਼ ਬੁਲੰਦ ਕਰਨੀ ਸੀ। ਉਹ ਜਿਹਾ ਇਸੇ ਤਰ੍ਹਾਂ ਹੀ ਸਾਡੇ ਸਰਦਾਰ ਲਾਭ ਸਿੰਘ ਗੋਗੋਕੇ ਆ, ਸਾਡੇ ਦੁੱਖ ਦਰਦ ਸੁਣਨ ਲਈ ਨਹੀਂ ਆ ਰਿਹਾ। ਇੱਥੇ ਗੰਦੇ ਪਾਣੀ ਨਾਲ ਅਸੀਂ ਜੂਝ ਰਹੇ ਹਾਂ, ਸਾਡੇ ਛੱਪੜ ਹੈ ਜਿਹੜੇ ਓਵਰਫਲੋ ਹੋ ਚੁੱਕੇ ਆ, ਸੀਵਰੇਜ ਬੰਦ ਪਿਆ। ਸਾਡੇ ਭਦੌੜ ਦੇ ਲੋਕ ਅੱਜ ਦੀ ਘੜੀ ਦੇ ਵਿੱਚ ਇੱਕ ਨਰਕ, ਜਿਹੜੀ ਨਰਕ ਭਰੀ ਜ਼ਿੰਦਗੀ ਅਸੀਂ ਜਿਉ ਰਹੇ ਹਾਂ। ਮੈਂ ਗੱਲ ਦਾਅਵੇ ਨਾਲ ਕਹਿ ਸਕਦਾ ਜਿੰਨੇ ਨੌਜਵਾਨ ਖੜੇ ਆ, ਕੋਈ 10 ਕਿਲੋਮੀਟਰ ਬਿਨਾਂ ਕੁਆਡੀ ਵਾਲੇ ਮੁੰਡਿਆਂ ਤੋਂ ਬਿਨਾਂ ਕੋਈ 10 ਕਿਲੋਮੀਟਰ ਤੇਜ਼ ਪੂਰੀ ਤੇਜ਼ੀ ਨਾਲ ਤੁਰ ਨਹੀਂ ਸਕਦਾ, ਕਿਉਂਕਿ ਸਾਡੇ ਗੋਡੇ ਜਵਾਬ ਦੇ ਚੁੱਕਿਆ। ਪਾਣੀ ਅਸੀਂ ਇੰਨਾ ਗੰਦਾ ਪੀ ਰਹੇ ਹਾਂ। ਹਜੇ ਤਾਂ ਕੁਦਰਤੀ ਬਾਬੇ ਨਾਨਕ ਦੀ ਆ ਜਿਹੜਾ ਕਿ ਸਾਨੂੰ ਨਾਲ ਸਾਡਾ ਸੂਆ ਬਚਾਈ ਬੈਠਾ ਹੈ। ਉੱਥੋਂ ਪਾਣੀ ਮੋਟਰਾਂ ਲਾਈਆਂ ਦਾਨੀ ਸੱਜਣਾ ਨੇ, ਉੱਥੇ 4 ਮੋਟਰਾਂ ਲੱਗੀਆਂ, ਉਹਦਾ ਕਰਕੇ ਅਸੀਂ ਬਚ ਗਏ। ਨਹੀਂ ਸਾਡੇ ਸਾਰਿਆਂ ਦੀਆਂ ਦੰਦ ਜਾਣਾ, ਸਾਰਿਆਂ ਦੀ ਸਾਡੀ ਨਿਗਾਹ ਘੱਟ, ਤੇ ਸਾਰਿਆਂ ਦੇ ਸਾਡੇ ਜੋੜ ਦੁਖਦੇ ਆ। ਸਾਰਿਆਂ ਦੀ ਮੈਨੂੰ ਲੱਗਦਾ ਜੋੜ ਦੁਖਦੇ ਆ। ਕਿਉਂ ਜੀ ਦੁਖਦੇ ਕਿ ਨਹੀਂ ਦੁਖਦੇ? ਸਾਰਿਆਂ ਦੇ ਗੋਡਿਆਂ ਦਾ ਹਾਲ ਹੈ। ਤੇ ਮੈਨੂੰ ਲੱਗਦਾ ਸਿਹਤ ਸਹੂਲਤਾਂ ਵਾਸਤੇ ਕਿਤੇ ਐਮਐਲਏ ਸਾਹਿਬ ਆਏ ਬਾਈ ਜੀ? ਨਹੀਂ ਆਏਗੇ। ਸੋ ਇਸ ਕਰਕੇ ਮੈਂ ਸਾਰਿਆਂ ਹੀ ਪੋਲੀਟੀਕਲ ਲੀਡਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ, ਯਾਰ ਵੋਟਾਂ ਲੈ ਕੇ ਤੁਸੀਂ ਸਾਤੋਂ ਜਾਂਦੇ ਹੋ ਤੇ ਵੋਟਾਂ ਦੇ ਲੋਕਾਂ ਦਾ ਦਰਦ ਵੀ ਸੁਣੋ। ਜਿਹੜੀ ਗੱਲ ਗਰੀਬ ਦੀ ਹੈ, ਮੈਂ ਕਹਿੰਦਾ ਗਰੀਬ ਅਮੀਰ ਸਾਰੇ ਉੱਥੇ ਇੱਕੋ ਜਿਹੇ ਹੋ ਜਾਂਦੇ ਆ ਜਦੋਂ ਤਾਂ ਇਕੱਠੇ ਚਲੇ ਜਾਂਦੇ ਆ, ਕਿਉਂਕਿ ਬੁਰਕੀ ਉਹਨਾਂ ਦੀ ਅਮੀਰਾਂ ਨਾਲ ਸਾਂਝੀ ਹੋ ਜਾਂਦੀ ਹੈ। ਗੱਲ ਮੈਂ ਇੱਕ ਲਾਸਟ ਤੇ ਤੁਹਾਨੂੰ ਬੇਨਤੀ ਕਰਕੇ ਕਿ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਤੇ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਉਹ ਨਾਅਰਾ ਦਿੰਦੇ ਆ ਇਨਕਲਾਬ ਜ਼ਿੰਦਾਬਾਦ, ਲੇਕਿਨ ਇੱਕ ਗਾਹਾਂ ਵਾਲੀ ਗੱਲ ਦਾ ਨਹੀਂ ਪਤਾ ਕਿ ਸ਼ਹੀਦ ਭਗਤ ਸਿੰਘ ਜੀ ਉਹਨਾਂ ਨੇ ਇੱਕ ਨਾਅਰਾ ਹੋਰ ਦਿੱਤਾ ਸੀ, ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਸਾਮਰਾਜਵਾਦ ਦੇ ਵਿੱਚ ਅੱਜ ਵੀ ਸਾਡੇ ਐਮਐਲਏ, ਸਾਡੇ ਜਿਹੜੇ ਨੁਮਾਇੰਦੇ ਆ ਉਹ ਆਉਂਦੇ ਆ, ਉਹ ਤਕੜੇ ਸਕੂਲਾਂ ਦੇ ਵਿੱਚ, ਤਕੜੇ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ 'ਚ ਆ ਕੇ ਉਹਨਾਂ ਦੇ ਰੀਬਨ ਕੱਟ ਕੇ ਉਹਨਾਂ ਦੇ ਨਾਲ ਜਸ਼ਨ ਮਨਾ ਕੇ ਜਾਂਦੇ ਆ। ਲੇਕਿਨ ਆ ਗਰੀਬ ਲੋਕਾਂ ਦੀ ਕੋਈ ਨਾ ਸੁਣ ਰਿਹਾ, ਨਾ ਕੋਈ ਕਿਸਾਨ ਦੀ ਸੁਣਦਾ, ਨਾ ਕੋਈ ਮਜ਼ਦੂਰ ਦੀ ਸੁਣਦਾ, ਨਾ ਕੋਈ ਦਿਹਾੜੀਦਾਰ ਦੀ ਸੁਣਦਾ, ਨਾ ਦੁਕਾਨਦਾਰ ਦੀ ਸੁਣਦਾ। ਸਾਡੇ ਲੋਕਾਂ ਨੂੰ ਤਾਂ ਮੈਂ ਇੱਕੋ ਗੱਲ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਸਰਕਾਰ ਜੀ ਜਾਂ ਸਾਨੂੰ ਦਵਾਈ ਦੇ ਦਿਓ ਜਾਂ ਸਾਨੂੰ ਸਾਡੇ ਲੋਕਾਂ ਨੂੰ ਭਦੌੜ ਦੇ ਨੂੰ ਇੱਕ ਵੱਡੇ ਸਾਰੇ ਟੱਬ ਦੇ ਵਿੱਚ ਪਾ ਕੇ ਸਲਫਾਸ ਦੀਆਂ ਗੋਲੀਆਂ ਦੇ ਦੇ। ਘੱਟੋ ਘੱਟ ਅਸੀਂ ਹਰ ਰੋਜ਼ ਤੜਫ ਨਾਲੋਂ ਇੱਕ ਦਿਨ ਤੜਫ ਜਗੇ। ਬਹੁਤ ਧੰਨਵਾਦ ਜੀ। ਅੱਛਾ, ਇੱਕ ਗੱਲ ਹੋਰ ਹੈ ਜੀ, ਇੱਕ ਕਹਿੰਦੇ ਹੁੰਦੇ ਵੀ ਜਿਵੇਂ ਪੰਜਾਬੀ ਦੀ ਕਹਾਵਤ ਆ ਕਿ ਅੱਗਾ ਦੌੜ ਤੇ ਪਿੱਛਾ ਚੌੜ, ਵੀ ਮਹੱਲਾ ਕਲੀਨਿਕਾਂ ਬਣਾਉਣੀਆਂ ਸ਼ੁਰੂ ਕਰਤੀਆਂ ਸੇਵਾ ਕੇਂਦਰਾਂ ਨੂੰ ਬਦਲ ਕੇ। ਆਹ ਹਸਪਤਾਲ ਹੈ ਜਿਹੜੇ ਕਿ ਅਸਲ ਬਹੁਤ ਵੱਡੀ ਜਨਸੰਖਿਆ ਨੂੰ ਕਵਰ ਕਰਦੇ ਆ, ਇਹਨਾਂ 'ਚ ਡਾਕਟਰ ਨਹੀਂ ਉਧਰ ਬਣਾਉਣੀਆਂ। ਕੀ ਤੁਹਾਨੂੰ ਲੱਗਦਾ ਵੀ ਸਹੀ ਹੈ ਵੀ ਪਹਿਲਾਂ ਇਹਨਾਂ ਦਾ ਪ੍ਰਬੰਧ ਕਰਨਾ ਚਾਹੀਦਾ ਸੀ ਜਾਂ ਪਹਿਲਾਂ? ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਅੰਦਾਜ਼ ਦੇ ਵਿੱਚ ਸੇਖੋਂ ਸਾਹਿਬ ਨੇ ਸਾਰੀਆਂ ਗੱਲਾਂ ਦੱਸਤੀਆਂ। ਤੁਸੀਂ ਗੱਲ ਪੁੱਛੀ ਸੀ ਦਿੱਲੀ ਵਾਲੀ, ਹਾਂਜੀ, ਵੀ ਦਿੱਲੀ ਵਾਲਾ ਜਿਹੜਾ ਬਦਲਾਅ ਉਹ ਪੰਜਾਬ 'ਚ ਕਰਨਾ ਚਾਹੁੰਦੇ, ਉਹ ਬਿਲਕੁਲ ਕਰਨਾ ਚਾਹੁੰਦੇ ਆ, ਕਿਉਂਕਿ ਜਿਹੜੇ ਮਹੱਲਾ ਕਲੀਨਿਕ ਇਹਨਾਂ ਨੇ ਖੋਲ੍ਹਣੇ, ਇਹਨਾਂ ਨੇ ਪੰਜਾਬ 'ਚੋਂ ਕੋਈ ਨੌਜਵਾਨ ਲੈਣਾ ਹੀ ਨਹੀਂ ਜੀ। ਇਹਨਾਂ ਨੇ ਲਿਆ ਕੇ ਦਿੱਲੀ ਵਾਲੇ ਭਈਏ ਬਹਾਉਣੇ ਆ, ਉਹੀ ਕੰਪਨੀਆਂ ਦੇ ਵਿੱਚ ਬਹਾ ਰਹੇ ਆ, ਉਹੀ ਫੈਕਟਰੀਆਂ ਦੇ ਵਿੱਚ, ਉਹੀ ਸਕੂਲਾਂ ਕਾਲਜਾਂ ਦੇ ਵਿੱਚ। ਇਹਨਾਂ ਨੇ ਸਾਨੂੰ ਗੁਲਾਮ ਬਣਾਇਆ ਹੋਇਆ। ਜਿਵੇਂ ਉਹਨਾਂ ਨੇ ਗੱਲ ਕਰੀ ਸੀ ਜੀਭ ਵਾਲੀਆਂ ਗੋਲੀਆਂ ਦੀ,
ਜਿਹੜੇ ਗੁਲਾਮ ਲੋਕ ਹੁੰਦੇ ਆ ਉਹਨਾਂ ਨੂੰ ਕਦੀ ਇਨਸਾਫ ਨਹੀਂ ਮਿਲਦਾ। ਜਿਵੇਂ ਅੱਜ ਅਸੀਂ ਖੜੇ ਆ ਸਾਰੇ ਧਰਨੇ ਮੁਜ਼ਾਹਰੇ ਲਾ ਕੇ ਹੀ ਸਾਨੂੰ ਇਨਸਾਫ ਮਿਲਦਾ, ਸਾਨੂੰ ਸਾਡਾ ਹੱਕ ਮਿਲਦਾ, ਉਹ ਮਿਲਦਾ ਨਹੀਂ। ਸਾਨੂੰ ਗੁਲਾਮ ਬਣਾਉਣਾ ਚਾਹੁੰਦੀ ਆ ਦਿੱਲੀ। ਇਹਨੂੰ ਜਾਣ ਬੁੱਝ ਕੇ ਇਹ ਸੂਬਾ ਦੇ ਕੇ ਬੀਜੇਪੀ ਨੇ ਪੰਜਾਬ ਦਾ ਸੂਬਾ ਦੇ ਕੇ, ਕਿਉਂਕਿ ਮੀਰ ਸੂਬਾ ਸੀ, ਸਾਨੂੰ ਗੁਲਾਮ ਬਣਾਉਣਾ ਚਾਹੁੰਦੇ ਆ। ਕੋਈ ਮਹੱਲਾ ਕਲੀਨਿਕ ਨਹੀਂ ਇਹਨਾਂ ਨੇ ਖੋਲ੍ਹਣੇ। ਨੌਜਵਾਨਾਂ ਨੂੰ ਪਹਿਲਾਂ ਨਸ਼ੇ ਤੇ ਲਾ ਲਿਆ, ਅੱਜ ਉਹ ਜਿਵੇਂ ਇੱਕ ਭੀਖ ਮੰਗਦੇ ਹੁੰਦੇ ਇਸ ਤਰ੍ਹਾਂ ਭੀਖ ਮੰਗਦੇ ਆ ਕੇ ਗੋਲੀ ਦੀ। ਤੇ ਸਭ ਤੋਂ ਵੱਡੀ ਜਿਹੜੀ ਐਜੂਕੇਸ਼ਨ ਆ, ਐਜੂਕੇਸ਼ਨ ਦੇ ਨਾਲ ਹੀ ਸਾਨੂੰ ਸੂਝੀ ਬੂਝੀ ਆਉਂਦੀ ਹੈ। ਜਿਹੜੀ ਤੀਜਾ ਨੇਤਰ ਆ ਸਾਡਾ ਖੁੱਲਦਾ, ਤੇ ਸਿਹਤ ਸਹੂਲਤ ਦੇ ਨਾਲ ਅਸੀਂ ਚੜ੍ਹਦੀ ਕਲਾ ਵਾਲਾ ਜੀਵਨ ਜਿਉਂਦੇ ਆ। ਦੋਨੇ ਚੀਜ਼ਾਂ ਸਾਥੋਂ ਖੋਹ ਲੀਆਂ। ਨਾ ਤਾਂ ਸਾਡੇ ਕੋਲੇ ਸਿਹਤ ਸਹੂਲਤ ਹੈ, ਨਾ ਸਾਡੇ ਕੋਲੇ ਐਜੂਕੇਸ਼ਨ ਹੈ। ਇਹਨਾਂ ਨੇ ਸਾਡੇ ਪੰਜਾਬ ਨੂੰ ਗੁਲਾਮ ਬਣਾਉਣਾ ਚਾਹੁੰਦੇ ਆ। ਉਹੀ ਕੇਜਰੀਵਾਲ ਜਦੋਂ ਪੰਜਾਬ ਦੀ ਧਰਤੀ ਤੇ ਹੁੰਦਾ ਉਦੋਂ ਕਹਿ ਦਿੰਦਾ ਸਾਡੇ ਕੋਲੇ ਬੂੰਦ ਪਾਣੀ ਦੀ ਨਹੀਂ। ਜਦੋਂ ਹਰਿਆਣੇ ਦੀ ਧਰਤੀ ਤੇ ਹੁੰਦਾ ਉਹੀ ਕੇਜਰੀਵਾਲ ਕਹਿੰਦਾ ਸਾਡੇ ਕੋਲੇ ਪਾਣੀ ਬਹੁਤ ਆ, ਦੂਜੀਆਂ ਸਟੇਟਾਂ ਨੂੰ ਦੇਣਾ ਚਾਹੀਦਾ। ਸਾਨੂੰ ਹਰ ਇੱਕ ਪੱਖੋਂ ਇਹਨਾਂ ਨੇ ਗੁਲਾਮ ਬਣਾਇਆ ਹੋਇਆ। ਚੰਗੀ ਗੱਲ ਆ, ਵਧਾਈ ਦੇ ਪਾਤਰ ਨੇ ਸਾਡੇ ਸ਼ਹਿਰ ਭਦੌੜ ਦੇ ਲੋਕ, ਜਿਹੜੇ ਪਿੰਡਾਂ ਦੇ ਵਿੱਚੋਂ ਲੋਕ ਆਏ ਆ। ਇਹਦਾ ਮਤਲਬ ਇਹ ਆ ਵੀ ਸਾਡੀ ਜ਼ਮੀਰ ਜਾਗਦੀ ਹੈ। ਇਹ ਜਾਗਦੀ ਜ਼ਮੀਰ ਵਾਲਿਆਂ ਦਾ ਅੱਜ ਇਕੱਠ ਹੈ। ਅਸੀਂ ਕੋਹ ਕੇ ਕਹਿੰਦੇ ਆ ਵੀ ਸਾਡੀ ਆਵਾਜ਼ ਸੁਣ ਲਓ, ਨਾ ਮਜਬੂਰ ਕਰੋ ਸਾਨੂੰ ਸੜਕਾਂ ਤੇ ਉਤਰਨ ਦੀ। ਤੇ ਫਿਰ ਅਸੀਂ ਇਹ ਦਿਨ ਤੁਹਾਨੂੰ ਦੇਖਣੇ ਪੈਣੇ ਆ ਵੀ ਅਸੀਂ ਬਾਈਕਾਟ ਕਰ ਦੇਣੇ ਆ। ਤੁਹਾਨੂੰ ਭਦੌੜ ਜਿਹੜਾ ਸ਼ਹਿਰ ਤੱਕ ਹੀ ਇਕੱਲੇ ਵਿਧਾਨ ਸਭਾ ਹਲਕੇ ਦੇ ਵਿੱਚ ਅਸੀਂ ਤੁਹਾਨੂੰ ਇਕੱਲੇ ਪਿੰਡ ਦੇ ਵਿੱਚ ਵੜ ਨਹੀਂ ਦੇਣਾ ਜਿਹੜੇ ਐਮਐਲਏ ਇੱਥੋਂ ਜਿੱਤੇ ਹੋਏ ਆ। ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਇੱਥੇ ਡਾਕਟਰ ਦਿੱਤੇ ਜਾਣ। ਜਿਹੜਾ ਇੱਥੋਂ ਸਮਾਨ ਕੱਲ ਚੱਕ ਕੇ ਲਗਾਏ ਆ ਉਹ ਵਾਪਸ ਦਿੱਤਾ ਜਾਵੇ, ਕਿਉਂਕਿ ਸਾਡੀ ਜਿਹੜੀ ਆਬਾਦੀ ਆ ਸ਼ਹਿਰ ਭਦੌੜ ਦੀ 20-22 ਹਜ਼ਾਰ ਦੀ ਸ਼ਹਿਰ ਭਦੌੜ ਦੀ ਆਬਾਦੀ ਆ। ਲਗਭਗ ਸਾਨੂੰ 40 ਪਿੰਡ ਪੈਂਦੇ ਆ, ਜਿਹਦੇ ਵਿੱਚੋਂ ਬਠਿੰਡੇ ਜ਼ਿਲ੍ਹੇ ਦੇ ਵੀ ਪਿੰਡ ਪੈਂਦੇ ਆ, ਮੋਗੇ ਦੇ ਵੀ ਪੈਂਦੇ ਆ, ਬਰਨਾਲੇ ਦੇ ਵੀ ਪੈਂਦੇ ਆ। ਸਾਨੂੰ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵੀ ਇੱਥੇ ਪਿੰਡ ਪੈਂਦੇ ਆ ਜਿਹੜੇ ਜਿਨ੍ਹਾਂ ਨੂੰ ਨੇੜੇ ਪੈਂਦਾ ਸੀ, ਜਿਵੇਂ ਟੱਲੇ ਵਾਲਾ, ਵਧਾਤੇ ਆ, ਚੁੰਗਾ। ਇਧਰਲੇ ਪਿੰਡ ਵੀ ਇੱਥੇ ਵਿਧਾਨ ਸਭਾ ਹਲਕਾ ਜਿਹੜਾ ਮਹਿਲ ਕਲਾਂ ਸੀ ਉਹ ਇੱਥੇ ਦਵਾਈ ਲੈਣ ਲਈ ਆਉਂਦੇ ਸੀ। ਅੱਜ ਅਸੀਂ ਸੱਖਣੇ ਬੈਠੇ ਇਹਨਾਂ ਚੀਜ਼ਾਂ ਤੋਂ। ਇੱਕ ਗੱਲ ਬਦਲਾ ਆ ਰਿਹਾ, ਬਦਲਾਅ ਤਾਂ ਖੜਾ ਹੀ ਹੈ ਜੀ, ਸਾਰਾ ਬਦਲਾਅ ਹੀ ਹੈਗਾ। ਜਿੰਨੇ ਬੰਦੇ ਦੇਖ ਰਹੇ ਹੋ ਬਦਲਾਅ ਹੀ ਹੈ ਜੀ। ਉਮੀਦ ਸੀ ਕਿ ਬਦਲਾਅ ਦੀ ਸਾਨੂੰ, ਜਿਹੜੇ ਹੁਣ ਪਰਮਜੀਤ ਬੋਲਿਆਗਾ ਤੇ ਮੇਰਾ ਭਰਾ ਹੀ ਬੋਲਿਆ ਨੇ, ਓਂਕਾਰ ਸਿੰਘ ਜੀ ਇਮਾਨਦਾਰ ਨਾਲ ਨੇ, ਉਹ ਕਾਂਗਰਸੀ ਨੇ, ਮੈਨੂੰ ਚਲੋ ਕਾਲੀ ਲਾ ਲਓ ਤੁਸੀਂ। ਜਦੋਂ ਅਸੀਂ ਬੋਲਾਂਗੇ ਸਾਡੀ ਆਵਾਜ਼ ਇਹ ਜਾਂਦੀ ਆ ਵੀ ਇਹ ਕਾਲੀ ਕਾਂਗਰਸ ਖਰਾਬ ਕਰ ਰਿਹਾ, ਮਾਹੌਲ ਨੂੰ ਖਰਾਬ ਕਰ ਰਿਹਾ। ਜੇ ਇੱਥੇ ਮਾਹੌਲ ਚੰਗਾ ਹੋਵੇ, ਡਾਕਟਰ ਚੰਗੇ ਹੋਣ, ਕਾਲੀ ਕਾਂਗਰਸ ਵਾਲੇ ਆ ਕੇ ਤੇ ਬੈਠਣ, ਅਸੀਂ ਉਹਨਾਂ ਦਾ ਵਿਰੋਧ ਕਰਾਂਗੇ। ਯਾਰ ਇੱਥੇ ਡਾਕਟਰ ਚੰਗੇ, ਬੜੇ ਵਧੀਆ ਮਾਹੌਲ ਚੱਲ ਰਿਹਾ, ਤੁਸੀਂ ਖਰਾਬ ਕਰ ਰਹੇ ਹੋਗੇ। ਇੱਥੇ ਲੱਗਿਆ ਹੋਇਆ ਜਿੰਦਾ, ਜਦੋਂ ਅਸੀਂ ਬੋਲਾਂਗੇ, ਉਹਨੇ ਬੋਲਿਆ ਜਿੰਨੇ ਵੀ ਵੀਰ ਖੜਿਆ ਸਾਰੇ ਇਹ ਸਿਆਸਤ ਤੋਂ ਉੱਪਰ ਉੱਠ ਕੇ ਆਏ ਹੈਗੇ ਨਾ। ਤੇ ਸਾਡੀ ਕੋਈ ਸਿਆਸਤ ਨਾਲ ਕੋਈ ਲੜਾਈ ਨਹੀਂ, ਕਿਸੇ ਨਾਲ ਕੋਈ ਲੱਲਾ ਖੱਖਾ ਨਹੀਂ ਗਾ। ਚਲੋ ਬਦਲਾਅ ਆਇਆ ਸੀ, ਅਸੀਂ ਕਹਿੰਦੇ ਮੋਸਟ ਵੈਲਕਮ। ਨਵੀਂ ਸਰਕਾਰ ਆਈ ਆ, ਦੋ ਕੰਮ ਨਹੀਂ ਹੋ ਪਿੱਛੇ ਜਾ ਵੜੀ, ਨਵੀਂ ਆਈ ਅਸੀਂ ਤੇ ਨਾਲ ਜੰਗ ਮੁੰਡੇ ਨਵੀਂ ਜਿਹੜੀ ਨਵੀਂ ਸਰਕਾਰ ਲੈ ਕੇ ਆ, ਜੰਗ ਮੁੰਡੇ ਲੈ ਕੇ ਆਏ। ਬਦਲਾਅ ਬੜੀ ਛੇਤੀ ਕਰ ਦਿੰਦੇ। ਤੁਸੀਂ ਸੰਗਰੂਰ ਵਾਲੀ ਸੀਟ ਦਾ ਦੇਖਿਆ ਹੀ ਆ ਹਾਲ। ਦੋ ਵਾਰੀ ਰਿਹਾਗਾ ਭਗਵੰਤ ਮਾਨ, ਦੁਨੀਆ ਦੀ ਵੋਟਾਂ ਲੈ ਕੇ ਕੱਖ ਨਹੀਂ ਕੀਤਾ। ਉਹਨੇ ਕਰ ਸਕਦਾ ਸੀ ਉਦੋਂ ਵੀ ਨਹੀਂ ਆਇਆ। ਹੁਣ ਇਹ ਕਹਿ ਦੇਣਗੇ ਸਾਨੂੰ ਤਾਂ ਜੀ 3 ਮਹੀਨੇ 4 ਮਹੀਨੇ 5 ਮਹੀਨੇ ਹੋਇਆ। ਇਹ ਵਿਰੋਧ ਕਰ ਰਹੇ ਆ, ਇਹ ਕਾਲੀ ਕਾਂਗਰਸ ਰਲ ਕੇ ਸਾਡਾ ਵਿਰੋਧ ਕਰ ਰਿਹਾ। ਵਿਰੋਧ ਤਾਂ ਕਰੀਏ ਜਿੱਥੇ ਡਾਕਟਰ ਹੋਣ। ਜਦੋਂ ਡਾਕਟਰ ਹੀ ਹੈ ਨਹੀਂ ਗੇ, ਤੁਸੀਂ ਆਪ ਹਾਲਾਤ ਤਾਂ ਅੱਖੀ ਦੇਖਿਆ ਨਾ। ਅਸੀਂ ਇੱਥੇ ਗਏ ਜਿੱਥੇ ਉਹ ਗੋਲੀਆਂ ਦੇ ਰਹੇ ਨਸ਼ੇ ਵਾਲੀਆਂ, ਅਸੀਂ ਵੀਰ ਨੂੰ ਕਿਹਾ ਵੀ ਸਪੋਰਟ ਕਰੋ ਸਾਡੀ ਯਾਰ, ਵੀ ਅਸੀਂ ਕਰ ਰਹੇ ਹਾਂ, ਤੁਸੀਂ ਇਹਨੂੰ ਬੰਦ ਕਰ ਦਿਓ। ਕਹਿੰਦੇ ਜੀ ਤੁਸੀਂ ਭਲਾ ਦੀ ਸਾਡੇ ਧਰਨਾ ਲਾ ਲਓ, ਸਾਨੂੰ ਇੰਨੀਆਂ ਸਖਤ ਹਦਾਇਤਾਂ ਉੱਤੋਂ ਵੀ ਅਸੀਂ 1 ਮਿੰਟ ਬੰਦ ਨਹੀਂ। ਕਹਿੰਦਾ ਮੈਂ ਜੇ ਪਾਣੀ ਪੀਣ ਜਾਵਣਾ ਤਾਂ ਵੀ ਮੈਨੂੰ ਫੋਨ ਆਉਣ ਲੱਗ ਜਾਂਦੇ ਵੀ ਤੂੰ ਉੱਥੇ ਹੈ ਨਹੀਂਗਾ। ਵੀ ਇੰਨੀਆਂ ਸਖਤ ਹਦਾਇਤਾਂ ਵੀ ਨਸ਼ਾ ਜਿਹੜਾ ਜਿੰਨਾ ਵੱਧ ਵਰਤਾਇਆ ਜਾਂਦਾ ਉਹਨਾਂ ਵੱਧ ਵੰਡੋ, ਵੀ ਇਹਨਾਂ ਦੀ ਸੋਚ ਖਤਮ ਕਰ ਦਿਓ, ਇਹਨਾਂ ਦੀ ਐਜੂਕੇਸ਼ਨ ਖਤਮ ਕਰ ਦਿਓ। ਮੇਨ 2 ਚੀਜ਼ਾਂ ਨੂੰ ਲੈ ਕੇ ਆਈ ਸੀ ਸਰਕਾਰ, ਐਜੂਕੇਸ਼ਨ ਤੇ ਹਸਪੀਟਲ। ਸਾਨੂੰ ਜਦੋਂ ਹਸਪੀਟਲ ਦੀ ਕੋਈ ਸਿਸਟਮ ਨਹੀਂ ਦੇ ਰਹੇ ਹੈਗੇ, ਐਜੂਕੇਸ਼ਨ ਦਾ ਤਾਂ ਦੂਰ ਦੀ ਗੱਲ ਰਹਿ ਗਈ। ਭਦੌੜ ਨਾਲ ਤਾਂ ਮਤਰੇਈ ਮਹਾਰਾਜ ਸਲੂਕ ਕਰ ਰਹੇ ਹੈਗੇ। ਸਾਡੇ ਘੱਟੋ ਘੱਟ ਵੀ ਮੇਰੀ ਉਮਰ 42 ਸਾਲ ਦੀ ਹੋ ਗਈ ਆ, ਦੇਖਣ ਚ ਆਉਂਦਾ ਵੀ ਸਾਡੇ ਭਦੌੜ ਦੇ ਵਿੱਚ ਬੜੇ ਯੋਧੇ ਹੋਇਆ, ਕਾਂਗਰਸੀ ਹੋਇਆ, ਅਕਾਲੀ ਹੋਇਆ, ਬੜਾ ਨਾਂ ਉੱਚਾ ਗਾ ਭਦੌੜ ਦਾ। ਰਾਜੇ ਭਦਰ ਸਿੰਘ ਦੇ ਨਾਂ ਤੋਂ ਵਸਿਆ ਹੋਇਆ ਭਦੌੜਾ ਸਾਡਾ। ਬੜੀ ਉੱਚੀ ਸੋਚ ਰੱਖਣ ਵਾਲੇ ਉਸ ਦੇ ਲੋਕ ਪੈਦਾ ਹੋਏ ਆ। ਪਰ ਸਾਡੀ ਕਿਸਮਤ ਮਾੜੀ ਵੀ ਅਸੀਂ ਹਲਕੇ ਨੂੰ ਇੱਕ ਐਮਐਲਏ ਨਹੀਂ ਦੇ ਸਕੇ। ਹਲਕਾ ਭਦੌੜ ਹੋਵੇ, ਐਮਐਲਏ ਹੱਥ ਜੋੜ ਕੇ 30 ਬੰਦੇ ਲੈ ਕੇ, ਜਦੋਂ ਵੋਟਾਂ ਦਾ ਮਾਹੌਲ ਹੁੰਦਾ, ਸਾਡੇ ਜੰਗ ਮੁੰਡੇ ਨਾਲ ਸੀ, ਉਹਦੇ 15 ਕ 9 ਵਜੇ ਤੱਕ ਸਾਡੇ ਵੱਲ ਤੁਰਿਆ ਫਿਰਦਾ ਸੀਗਾ, ਦੁਕਾਨਾਂ 'ਚ ਵੜ ਕੇ ਹੱਥ ਜੋੜਦਾ ਸੀ। ਸਾਨੂੰ ਉਮੀਦ ਸੀ ਵੀ ਭਦੌੜ ਦੇ ਬਦਲਾਅ ਆਊਗਾ। ਭਦੌੜ 'ਚ ਕੀ ਪੂਰੇ ਪੰਜਾਬ 'ਚ ਹੀ ਆਊਗਾ, ਹਨਾ, ਵੀ ਬਦਲਾਅ ਆਊਗਾ। ਚਲੋ ਵੀ ਮੁੰਡੇ ਜੁੜੇ, ਉਹਨਾਂ ਨੇ ਵੋਟਾਂ ਪਾਈਆਂ, ਲਿਆਂਦਾ। ਮੁੜ ਕੇ ਸਿਸਟਮ ਕੀ ਹੋਇਆਗਾ, ਜਿਹੜਾ ਭਦੌੜ ਆ ਇਹਦੀ ਆਬਾਦੀ 25 ਤੋਂ 30 ਹਜ਼ਾਰ ਆ। 20-25 ਪਿੰਡ ਆ ਗਏ, ਪੰਚਾਇਤਾਂ, ਕਾਫੀ ਵੱਡਾ ਏਰੀਆ ਹੈਗਾ। ਮੰਨ ਲਓ ਉਹਨੇ ਉਗੋ ਕੇ ਆਪ ਬੋਲਿਆ ਸੀ ਵੀ ਜਿਹੜਾ ਹਲਕਾ ਗਾ ਮੇਰਾ ਕਾਫੀ ਵੱਡਾ ਗਾ। ਤਪੇ ਹਸਪੀਟਲ ਹੈਗਾ ਗਾ, ਤਪੇ ਤਹਿਸੀਲ ਜਾਵੜੀ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਬੱਸਾਂ ਤੋਂ, ਉਹ ਵੀ ਤਪੇ ਜਾਵੜੀਆਂ। ਆਪ ਦਾ ਦਫ਼ਤਰ ਤਪੇ ਜਾਵੜਿਆ, ਆਪ ਦੀ ਰਿਹਾਇਸ਼ ਤਪੇ ਜਾਵੜੀ। ਸਾਡੇ ਨਾਲ ਤਾਂ ਮਤਰੇਈ ਮਾਂ ਵਾਲਾ ਸਲੂਕ ਕਰਦੇ ਹੈਗੇ। ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ, ਜਿਹੜੇ ਉਹਦੇ ਜਿਨ੍ਹਾਂ ਨੇ ਉਹਨੂੰ ਨਾਲ ਮੈਂ ਸਹਿਯੋਗ ਕੀਤਾ, ਅੱਜ ਮੰਨ ਲਓ ਜਿੰਨੇ ਵੀ ਜੰਗ ਮੁੰਡੇ ਦੇ ਨਾਲ ਹੋਇਆ, ਅੱਜ ਉਹਦਾ ਵਿਰੋਧ ਕਰਨਾ ਬਣਦਾ, ਕਿਉਂਕਿ ਅਸੀਂ ਲੋਕਾਂ ਨਾਲੋਂ ਐਮਐਲਏ ਨਹੀਂ ਵੱਡਾ ਗਾ, ਲੋਕ ਵੱਡੇ ਆ।
ਜਦੋਂ ਲੋਕ ਵੱਡੇ ਹੋਏ ਫਿਰ ਐਮਐਲਏ ਵੱਡਾ ਹੋਇਆ ਨਾ, ਲੋਕਾਂ ਨੇ ਜਿਤਾ ਕੇ ਸਾਨੂੰ ਹੁਣ ਕਹਿੰਦੇ ਵੀ ਉਗੋ ਕੇ ਨੂੰ ਮਿਲੋ, ਕਿਉਂ ਮਿਲੀਏ? ਜਦੋਂ 30,000 ਲੋਕ ਉਹਦੇ ਮਗਰ ਜਾਣ, ਇੱਕ ਬੰਦੇ ਮਗਰ, ਉਹਦਾ ਉਹਦਾ ਵੱਡਾ ਹੋ ਗਿਆ, ਲੋਕ ਛੋਟੇ ਹੋ ਗਏ। ਅਸੀਂ 5 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਾਂ, ਸਾਡੇ ਜੱਗੀ ਵੀਰ ਸਾਹਿਬ ਸੰਧੂ ਵਰਗੇ ਪੱਤਰਕਾਰ, ਉਹ 5 ਮਹੀਨੇ ਹੋ ਗਏ ਨਾ, 5-10 ਬੰਦੇ ਜਾਨੀ ਕਿ ਉਹਨਾਂ ਨੇ ਬਹੁਤ ਹਿੰਮਤ ਕਰੀ, ਪਰ ਉਹ ਪਿੱਛੇ ਮੁੜ ਗਏ, ਕਹਿੰਦੇ ਜੀ ਸਰਕਾਰ ਦੇ ਹੱਥ ਖੜੇ ਆ ਵੀ ਡਾਕਟਰ ਹੈ ਨਹੀਂ। ਚਲੋ ਕਾਲੀ ਮਾੜੇ ਸੀ, ਕਾਂਗਰਸ ਮਾੜੀ ਸੀਗੀ, ਜਿੰਨੀ ਕੁ ਕਾਂਗਰਸ ਮੌਕੇ ਕਾਲੀਆਂ ਮੌਕੇ ਹਸਪੀਟਲ ਚੱਲਦਾ ਸੀ, ਉਹਨਾਂ ਦਾ ਚੱਲਦਾ ਦੇ ਦਿਓ ਯਾਰ, ਉਹਨਾਂ ਦਾ ਚੱਲਦਾ ਰੱਖ ਲਓ। ਉਹਨਾਂ ਨੇ ਜਿੰਦਾ ਤਾਂ ਨਹੀਂ ਲਾਇਆਗਾ, ਤੁਸੀਂ ਤਾਂ ਜਿੰਦਾ ਲਾਤਾ। ਅਸੀਂ ਕੱਲ ਆਏ, ਕੱਲ ਆਕਸੀਜਨ ਵਾਲੀਆਂ ਮਸ਼ੀਨਾਂ ਗਾਇਬ, ਸਾਨੂੰ ਨਹੀਂ ਪਤਾ ਵੀ ਉਹ ਸਰਕਾਰੀ ਬੰਦੇ ਲੈ ਕੇ ਗਿਆ, ਸਾਨੂੰ ਨਹੀਂ ਪਤਾ ਉਹ ਪ੍ਰਾਈਵੇਟ ਬੰਦੇ ਲੈ ਕੇ ਗਿਆ, ਇਹਦਾ ਕੋਈ ਪਤਾ ਨਹੀਂ ਲੱਗ ਰਿਹਾ। ਕੋਈ ਤਾਂ ਕਹਿੰਦਾ ਪ੍ਰਾਈਵੇਟ ਬੰਦੇ ਲੈ ਕੇ, ਅਸੀਂ ਉਹਦਾ ਵੀ ਪਤਾ ਕਰਨਾ ਵੀ ਉਹ ਮਸ਼ੀਨਾਂ ਗਈਆਂ ਕਿੱਥੇ ਆ, ਵੀ ਹੋ ਸਕਦਾ ਵੀ ਇੱਥੋਂ ਪ੍ਰਾਈਵੇਟ ਹਸਪੀਟਲ ਚੱਲਦੀਆਂ ਹੁਣ ਆਈਆਂ, ਸਰਕਾਰੂ ਕੰਮ ਹੀ ਇੱਥੇ ਇਹ ਚੱਲਦਾਗਾ ਹਨਾ। ਜਦੋਂ ਬਦਲਾਅ ਵਾਲੀ ਥੋੜੀ ਜਿਹੀ ਕੰਮ ਆਈ, ਉਹ ਬੰਦੇ ਕਹਿੰਦੇ ਜੀ ਇੱਥੋਂ 3 ਇੱਥੇ ਰਹਿ ਗਿਆ, ਜਿਹੜੇ ਕੰਪਾਊਂਡਰ ਰਹਿੰਦੇ ਆਗੇ ਉਹ 3 ਰਹਿ, ਕਹਿੰਦੇ ਬਾਈ ਸਾਨੂੰ ਫੋਨ ਆ ਗਿਆ ਵੀ ਤੁਸੀਂ ਵੀ 3 ਆ ਜਾਓ, ਇੱਥੇ ਕੋਈ ਕੰਮ ਨਹੀਂ। ਮੈਂ ਕਿਹਾ ਵੀ ਭਦੌੜ ਦੇ ਵਿੱਚ ਕੰਮ ਹੈ ਹੀ ਨਹੀਂ, ਅਸੀਂ ਤਾਂ ਬੰਦੀ ਨੇ ਆਦੀਵਾਸੀ ਰਹਿੰਦੇ ਆ, ਮਿੱਟੀ ਖਾ ਕੇ ਠੀਕ ਹੋ ਜਾਂਦੇ ਆ, ਰੇਤਾ ਮਲ ਕੇ ਸਾਡੇ ਜ਼ਖਮ ਠੀਕ ਹੋ ਜਾਂਦੇ ਹੈਗੇ, ਸਾਨੂੰ ਤਾਂ ਲੋੜ ਹੀ ਨਹੀਂ ਗੀ। ਅਸੀਂ ਕਿਹੜਾ ਦੁਨੀਆ ਤੇ ਰਹਿੰਦੇ, ਅਸੀਂ ਤਾਂ ਹੋਰ ਆਏ ਹੋ, ਚੰਦਰਮਾ ਤੋਂ ਆਏ ਹੋਏ ਆ, ਅਸੀਂ ਤਾਂ ਏਰੀਆ ਲਾ ਲਓ ਜਾਂ ਹੋਰ ਲਾ ਲਓ, ਸਾਡ ਬੰਦੀ ਨਹੀਂ ਸਮਝਦੇਗੇ। ਗੱਲ ਵੀ ਤਰਾਸਦੀ ਆ ਸਾਡੇ ਭਦੌੜ ਦੇ ਲੋਕਾਂ ਦੀ, ਵੀ ਸਾਨੂੰ ਇਕੱਠ ਕਰਨਾ ਚਾਹੀਦਾਗਾ, ਵੀ ਜਿਹੜਾ ਮੇਨ ਮੁੱਦਾ ਐਜੂਕੇਸ਼ਨ ਦਾ ਦੂਰ ਹੈ ਕਿ ਹਸਪੀਟਲ ਤਾਂ ਸਾਡੇ ਲਈ ਵਧੀਆ ਬਣਨੇ ਚਾਹੀਦੇ ਨਾ। ਸੋ ਇਹੀ ਬੇਨਤੀ ਹੈ ਵੀ ਸਾਨੂੰ ਉੱਥੇ ਜਾਣ ਦੀ ਲੋੜ ਨਹੀਂ। 5 ਮਹੀਨੇ ਪਹਿਲਾਂ ਹੋ ਗਏ ਉਗੋ ਕੇ ਆਇਆ, 2 ਦਿਨ ਵਾਰੀ ਆ ਕੇ ਗਿਆਗਾ, ਹੁਣ ਫਿਰ ਸਾਨੂੰ 3-4-5 ਦਿਨ ਹੋ ਗਏ, ਸੋਸ਼ਲ ਮੀਡੀਆ ਸਾਡੀਆਂ ਵੀਡੀਓ ਪੈ ਰਹੀਆਂ, ਵਾਇਰਲ ਹੋ ਰਹੀਆਂ ਹੈਗੀਆਂ, ਉਹਨਾਂ ਤੱਕ ਪਹੁੰਚੀਆਂ ਵੀ ਹਾਲ ਤੱਕ ਕੋਈ ਉਹਦਾ ਫੋਨ ਨਹੀਂਗਾ, ਉਹਨੂੰ ਆਪ ਆਉਣਾ ਚਾਹੀਦਾ ਸੀਗਾ। ਸਾਡੇ ਵਿੱਚ ਬਹਿੰਦਾ, ਸਾਨੂੰ ਕੋਈ ਨਾ ਕੋਈ ਚੀਜ਼ ਨੂੰ ਦਿੰਦਾ, ਵੀ ਜਿਹੜਾ ਸਾਡਾ ਹਸਪੀਟਲ ਅਰਬਨ ਦੇ ਵਿੱਚ ਆ, ਇਹਨੂੰ ਰੂਰਲ ਕੀਤਾ ਜਾਵੇ। ਚੰਨਣ ਨਾਲ ਜਾ ਕੇ ਦੇਖ ਲਓ, 250-300 ਵੱਧ 400 ਵੋਟ ਹੋਣੀ ਆ, ਉਹ ਦਾ ਹਸਪੀਟਲ ਰੂਰਲ ਹੈਗਾ, ਵੱਡਾ ਹੈਗਾ, ਕਿਉਂਕਿ 10 ਪੁਆਇੰਟ ਮਿਲਦਾ, ਡਾਕਟਰ ਭੱਜੇ ਹੁੰਦੇ ਹੈਗੇ। ਸਾਡਾ ਨਾਂ ਤਾਂ ਰੂਰਲ ਦੇ ਵਿੱਚ ਪਾਇਆ ਗਿਆ, ਅਰਬਨ ਦੇ ਵਿੱਚ ਆ ਕੇ ਸਾਡੀ 30,000 ਦੀ ਵੋਟ ਆ, 20 ਪਿੰਡ ਪੈਂਦੇ ਆ। ਰਾਤ ਤੇ ਐਮਰਜੈਂਸੀ ਹੋ ਗਈ, ਇੱਕ ਲੇਡੀ ਜੀ ਨੂੰ ਬੱਚਾ ਡਿਲੀਵਰੀ ਸੀਗੀ, ਰਾਤ 12 ਵਜੇ ਉਹਨੂੰ ਗੱਡੀ ਕਰਾ ਕੇ ਬਰਨਾਲੇ ਜਾਣਾ ਪਿਆ। 30,000 ਦੀ ਆਬਾਦੀ ਹੋਵੇ ਯਾਰ, ਮਿਊਨਿਸਪਲ ਕਮੇਟੀ ਇੱਥੇ ਆ, ਮਾਰਕੀਟ ਕਮੇਟੀ ਇੱਥੇ, ਕੀ ਗੱਲ ਆ, ਕਿਉਂ ਕੀਤਾ ਜਾਂਦਾ? ਹਸਪੀਟਲ ਨਹੀਂ ਹੈ ਆਪਣਾ, ਪ੍ਰਾਇਮਰੀ ਹੈਲਥ ਸੈਂਟਰ ਹੈਗਾ ਇਹ। ਬਿਲਡਿੰਗ ਵੀ ਇੱਕ, ਮੈਨੂੰ ਇੰਨਾ ਤਾਂ ਜ਼ਰੂਰ ਪਤਾ ਹੈਗਾ, ਮੇਰਾ ਇੱਕ ਰਿਲੇਟਿਵ ਉਸ ਟਾਈਮ ਦਾਖਲ ਸੀ ਜਦੋਂ ਇਹ ਬਿਲਡਿੰਗ ਬਣਨੀ ਸ਼ੁਰੂ ਹੋਈ ਆ, ਘੱਟ ਤੋਂ ਘੱਟ 20-22 ਸਾਲ ਪਹਿਲਾਂ ਇਹ ਬਿਲਡਿੰਗ ਬਣ ਗਈ ਤਕਰੀਬਨ। ਮੇਰੇ ਹਿਸਾਬ ਨਾਲ ਬਾਕੀ ਡਾਕਟਰ ਸਾਹਿਬ ਦੱਸ ਸਕਦੇ ਆ, ਇੱਥੇ ਇਹ ਸ਼ਹਿਰ ਦੇ ਵੱਡੇ ਵੱਡੇ ਡਾਕਟਰ ਹੈਗੇ, ਬਿਰਕ ਸਾਹਿਬ ਵਰਗੇ ਜਾਂ ਬੁੱਟਰ ਸਾਹਿਬ ਵਰਗੇ, ਵੀ ਇਹ ਕਿੰਨੇ ਕੁ ਬਿਸਤਰਿਆਂ ਦਾ। ਇਹ ਹਸਪੀਟਲ ਦੀ ਬਿਲਡਿੰਗ ਬਣ ਕੇ ਤਿਆਰ ਹੋਈ ਨਹੀਂ 20-25 ਸਾਲ ਹੋ ਗਏ, ਪਰ ਇਸ ਹਸਪੀਟਲ ਤਾਂ ਕਹਿ ਲਓ ਜਾਂ ਇਲਾਕੇ ਦੇ ਕਹਿ ਲਓ ਇੰਨੀ ਉਹ ਆ ਗਈ ਕਿ ਇਹਨੂੰ ਹਸਪੀਟਲ ਦਾ ਦਰਜਾ ਨਹੀਂ ਮਿਲਿਆ। ਮੇਰਾ ਇੱਕ ਦੋਸਤ MBBS ਡਾਕਟਰ ਹੈਗਾ, ਉਹ ਪ੍ਰਾਈਵੇਟ ਪ੍ਰੈਕਟਿਸ ਕਰਦਾ, ਮੇਰੀ ਉਹਦੇ ਨਾਲ ਗੱਲ ਹੋਈ ਸੀ ਵੀ PHC ਸੈਂਟਰ ਦਾ ਤੇ ਹਸਪੀਟਲ ਦਾ ਫਰਕ ਕੀ ਹੈਗਾ। ਉਹ ਜਿਹੜੇ ਡਾਕਟਰ ਹੈਗੇ, ਡਾਕਟਰਾਂ ਨੂੰ ਤਰੱਕੀ ਮਿਲਣ ਦੇ ਵਿੱਚ ਜਾਂ ਉਹਨਾਂ ਦੀ ਸਰਵਿਸ ਦੇ ਵਿੱਚ ਕੁਝ ਪੁਆਇੰਟ ਵਗੈਰਾ ਜੁੜਦੇ ਆ, ਉਹ ਪ੍ਰਾਇਮਰੀ ਹੈਲਥ ਸੈਂਟਰ ਦੇ ਐਂ ਕਹ ਲਓ ਵੀ ਨਾ ਮਾਤਰ ਹੀ ਜੁੜਦੇ ਆ, ਉਹਦਾ ਕਰਕੇ ਇੱਥੇ ਆਉਂਦਾ ਨਹੀਂ। ਆ ਸਾਡੇ ਕੋਲੇ ਪਸ਼ੂਆਂ ਵਾਲਾ ਹਸਪੀਟਲ ਹੈਗਾ, ਸਾਡੇ ਭਦੌੜ ਹਲਕੇ ਦੇ ਵਿੱਚ ਇਧਰਲੇ 40-50 ਪਿੰਡਾਂ ਨੂੰ ਰੀਪ੍ਰੈਜ਼ੈਂਟ ਕਰਦਾ ਇਹ ਹਸਪੀਟਲ। ਇਹਦੇ ਵਿੱਚ ਜਾ ਕੇ ਦੇਖ ਲਓ, ਇਹਦੇ 'ਚ ਇੱਕ ਅੱਧਾ ਮੁਲਾਜ਼ਮ ਹੋਊਗਾ, ਕੱਖ ਵੀ ਨਹੀਂ ਗਾ ਇਹਨਾਂ ਕੋਲੇ। ਅੱਜ ਪੰਜਾਬ ਦੇ ਵਿੱਚ ਪਸ਼ੂਆਂ ਦੀ ਬਿਮਾਰੀ ਫੈਲੀ ਹੋਈ ਹੈ, ਸਾਡੇ ਇੱਥੇ ਕੋਈ ਗਾਈਡੈਂਸ ਦੇਣ ਵਾਲਾ ਬੰਦਾ ਹੀ ਨਹੀਂ ਗਾ ਕਿ ਸਾਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ। ਸਰਕਾਰ ਜੇਕਰ ਚਾਹੁੰਦੀ ਹੈਗੀ, ਜੇਕਰ ਸਰਕਾਰ ਆਪਣੇ ਆਪ ਨੂੰ ਮੰਨਦੀ ਹੈ ਕਿ ਮੈਂ ਲੋਕਾਂ ਦੀ ਸਰਕਾਰ ਹਾਂ, ਤਾਂ ਸਾਡਾ ਇੱਕ ਤਾਂ ਜਿਹੜਾ ਇਹ ਬੰਦ ਹੋ ਰਿਹਾ ਹਸਪੀਟਲ, ਇਹਨੂੰ ਚਾਲੂ ਕਰੇ, ਇਹਨੂੰ ਹਸਪੀਟਲ ਦਾ ਦਰਜਾ ਦੇਵੇ, ਤੇ ਦੂਸਰਾ ਨਾਲ ਦੀ ਨਾਲ ਜਿਹੜਾ ਪੂਰੇ ਭਦੌੜ ਪਾਣੀ ਹੋਇਆ ਪਿਆ ਹੈਗਾ, ਉਹਦੇ ਹਾਲਾਤ ਨੂੰ ਸੰਭਾਲੇ, ਤੇ ਪਸ਼ੂ ਹਸਪਤਾਲ ਨੂੰ ਵੀ ਜੇਕਰ ਡਾਕਟਰ ਦਿੱਤੇ ਜਾਣ, ਕਿਉਂਕਿ ਪੰਜਾਬ ਦੇ ਵਿੱਚ ਪਸ਼ੂਆਂ ਦੀਆਂ ਭਿਆਨਕ ਬਿਮਾਰੀਆਂ ਫੈਲੀਆਂ ਹੋਈਆਂ, ਤਾਂ ਸਰਕਾਰ ਦਾ ਧੰਨਵਾਦ ਹੈ। ਨਹੀਂ ਤਾਂ ਆਹ ਜਿਹੜੇ ਲੋਕ ਇਕੱਠੇ ਹੋ ਰਹੇ ਹੈਗੇ, ਇਹ ਤੁਹਾਨੂੰ ਦੱਸ ਹੀ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕ ਸੜਕਾਂ ਤੇ ਆ ਜਾਣਗੇ ਤਾਂ ਸਰਕਾਰ ਲਈ ਮੁਸ਼ਕਲ ਹੋ ਜਾਣੀ ਆ। ਸਰਕਾਰ ਸਿਰਫ ਰਾਜਨੀਤੀ ਨਾ ਕਰੇ ਕਿ ਇਹ ਲੋਕ ਸਾਡਾ ਵਿਰੋਧ ਕਰਦੇ ਆ, ਇਹ ਰਾਜਨੀਤਿਕ ਪਾਰਟੀਆਂ ਵਾਲੇ ਆ, ਜੇ ਆ ਉਹ ਆ, ਪਰ ਕੋਈ ਰਾਜਨੀਤੀ ਨਹੀਂ। ਮੈਂ ਕਹਿੰਦਾ ਮੈਂ ਕਿਸੇ ਰਾਜਨੀਤਿਕ ਪਾਰਟੀ ਜਾਂ ਕਿਸੇ ਤੇ ਸੱਦੇ ਤੇ ਨਹੀਂ ਆਇਆ, ਮੈਂ ਭਦੌੜ ਹਸਪਤਾਲ ਦੇ ਵਿੱਚ ਇੱਕ ਇਕੱਠ ਹੋਇਆ ਦੇਖ ਕੇ ਆਇਆ ਕੀ ਮਸਲਾ ਹੈ। ਕਿਵੇਂ ਲੱਗਿਆ ਜੀ ਜਿਵੇਂ ਹਾਲਾਤ ਚੱਲ ਰਹੇ? ਨਹੀਂ ਤੁਸੀਂ ਆਏ ਹੋ, ਆਏ ਨਹੀਂ? ਅਸੀਂ ਆਏ ਆ, ਪਿੰਡ ਦੇ ਨਾਲ ਆਏ ਆ, ਜਿਸ ਤਰ੍ਹਾਂ ਪਿੰਡ ਦਾ ਪ੍ਰੋਗਰਾਮ ਹੋਊਗਾ ਨਾ ਉਸ ਤਰ੍ਹਾਂ। ਹਸਪਤਾਲ ਦੇ ਵਿੱਚ ਡਾਕਟਰ ਨਹੀਂ, ਤੁਸੀਂ ਦੁਖੀ ਹੋ ਜਾਂ ਖੁਸ਼ ਹੋ? ਅਸੀਂ ਦੁਖੀ ਹੋਈ ਆ, ਸਾਰੇ ਦੁਖੀ ਆ, ਸਾਰੇ ਦੁਖੀ ਆ, ਅਸੀਂ ਸਾਰੇ ਦੁਖੀ ਆ, ਠੀਕ ਹੈ ਨਾ। ਇਹ ਕਿਉਂਕਿ ਮੁੱਢਲੀ ਕਿਵੇਂ ਲੱਗਿਆ ਬਦਲਾਅ? ਕਿਵੇਂ ਜੀ? ਬਦਲਾਅ ਵਾਲੀ ਸਰਕਾਰ ਦੇ ਕੰਮ ਕਿਵੇਂ ਲੱਗੇ? ਬਦਲਾਅ ਤੁਹਾਨੂੰ ਦਿਸੀ ਜਾਂਦਾ, ਸਾਰਾ ਕੁਝ ਠੀਕ ਠਾਕ ਕਰੀ ਜਾਂਦੇ ਆ, ਜਿਹੜਾ ਕੁਝ ਪਹਿਲਾਂ ਸੀ ਬਣਿਆ ਮੈਂ ਉਹ ਵੀ ਚੱਕੀ ਜਾਂਦੇ ਆ, ਤੇ ਆਹ ਦਾ ਰੁਜ਼ਗਾਰ ਤਾਂ ਦੇਤਾ ਲੋਕਾਂ ਨੂੰ, ਬਹੁਤ ਨੌਕਰੀਆਂ ਦੇਤੀਆਂ,
ਧੰਨਵਾਦ ਕਰਦੇ ਆ ਫਿੱਟੇ ਮੂੰਹ ਇਹੋ ਜਿਹੀ ਸਰਕਾਰ ਦੇ। ਇਹ ਬੰਦਾ ਜਿਹੜਾ ਮੁੱਖ ਮੰਤਰੀ ਹੈ ਉਹੀ ਚੁਟਕਲੇ ਸੁਣਾਉਣ ਵਾਲਾ ਨਹੀਂ ਰਹਿ ਗਿਆ। ਸਿਰਫ ਇਹਦੇ ਕੋਲੇ ਚੁਟਕਲੇ ਹੈ ਜਾਂ ਇਹਦੇ ਕੋਲੇ ਐਲਾਨ ਹੈ। ਇਹ ਵੀ ਚੰਨੀ ਦਾ ਸਾਲਾ ਬਣਿਆ ਬੈਠਾ ਹੈ। ਚੰਨੀ 2-2.5 ਕਰੋੜ ਰੁਪਈਆ ਇਹਨੇ ਸਹੁੰ ਚੱਕਣ ਤੇ ਲਾਤਾ, ਪਹਿਲਾਂ ਹੀ ਦੀਂਦੀ ਸਿੱਧੀ ਬੂਥੀ 2.5 ਕਰੋੜ ਲਾਤਾ। ਉਹੀ ਲੋਕਾਂ ਤੇ ਲਾਉਂਦਾ, ਹਸਪਤਾਲ ਤੇ ਲਾਉਂਦਾ। ਠੇਕਾ ਉਹਨੂੰ ਆਪਣੇ ਟੈਂਟ ਕੱਢਣ ਦਾ ਚੰਨੀ ਸਾਹਿਬ ਕਹਿੰਦਾ ਮੈਂ ਟੈਂਟ ਲਾ ਸਕਦਾ, ਉਹਨੂੰ ਦਿੱਤਾ। ਉਹਨੂੰ ਆਮਦਨ ਹੋ ਗਈ। ਤੇ ਇਹ ਕਰਦਾ ਕੀ ਫਿਰਦਾ ਹੈ? ਸਹੁੰ ਭਗਤ ਸਿੰਘ ਦੇ ਪਿੰਡ ਜੱਦੀ ਤੇ ਚੱਕਦਾ ਹੈ। ਭਗਤ ਸਿੰਘ ਨੂੰ ਆਪਦਾ ਬਣਾਉਂਦਾ, ਭਗਤ ਸਿੰਘ ਸਾਡਾ ਹੈ, ਇਹਨਾਂ ਦਾ ਭਗਤ ਸਿੰਘ ਨਹੀਂ ਹੈ। ਇਹ ਸਰਕਾਰਾਂ ਗਦਾਰ ਹੈ। ਆ ਇੱਕ ਹੋਰ ਸਾਡੇ ਇੱਥੇ ਕਹਿੰਦਾ ਕਿ ਭਗਤ ਸਿੰਘ ਅੱਤਵਾਦੀ ਹੈ। ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲਾ ਉਹ ਬੇਦਮਾਕਾ ਬੰਦਾ ਹੈ। ਉਹ ਸਰਕਾਰਾਂ ਨੇ ਤਾਂ ਕਹਿਣਾ ਸੀ। ਸੋ ਉਹ ਵੀ ਸਾਡਾ ਪੰਜਾਬ ਦਾ ਅਹੁਦੇਦਾਰ ਹੋ ਕੇ ਵੀ ਸਾਡਿਆਂ ਨੂੰ ਬਦਨਾਮ ਕਰੀ ਜਾਂਦਾ ਹੈ। ਸੋ ਭਰਾਵੋ, ਇਹ ਸਰਕਾਰਾਂ ਤੋਂ ਕੁਛ ਨਹੀਂ। ਸਾਨੂੰ ਸੜਕਾਂ 'ਤੇ ਆਏ ਬਿਨਾਂ, ਧਰਨੇ ਲਾਏ ਤੋਂ ਬਿਨਾਂ ਕੱਖ ਨਹੀਂ ਮਿਲਣਾ। ਪੱਲੇ ਕੁਛ ਨਹੀਂ ਮਿਲਦਾ। ਬੱਚੇ ਨੂੰ ਮਾਂ ਦੁੱਧ ਦਿੰਦੀ ਹੈ ਜਦੋਂ ਰੋਂਦਾ ਹੈ। ਜਿੰਨਾ ਚਿਰ ਉਹ ਖੇਡਦਾ ਉਹਨੂੰ ਕੋਈ ਨਹੀਂ ਪੁੱਛਦਾ। ਜਿੰਨਾ ਚਿਰ ਅਸੀਂ ਆਪਦੇ ਘਰਾਂ 'ਚ ਬੈਠੇ ਹਾਂ, ਸਾਨੂੰ ਭਰਾਵੋ ਕੱਖ ਨਹੀਂ ਮਿਲਣਾ। ਆਓ ਜਥੇਬੰਦੀਆਂ ਬਣਾਓ, ਧਰਨਿਆਂ 'ਚ ਬੈਠੋ, ਆਪਣੇ ਬਾਲ ਬੱਚੇ ਦਾ ਰੁਜ਼ਗਾਰ ਗਾਹਾਂ ਵਾਲਾ ਭਵਿੱਖ ਬਣਾਓ। ਸੋ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸੀ। 25 ਪੈਸੇ ਵੀ ਨਹੀਂ ਇਹਨੇ ਕੰਮ ਕੀਤਾ। ਇਹ ਤਾਂ ਕਹਿੰਦੇ ਵੱਟ ਕੱਢ ਦਿਆਂਗੇ। ਵੱਟ ਕੀ ਇਹਨੇ ਚੰਨੀ ਦੀ ਸਰਕਾਰ ਨੂੰ, ਕਾਂਗਰਸ ਦੀ ਸਰਕਾਰ ਨੂੰ ਅਲੀ ਬਾਬਾ 40 ਚੋਰ ਦਾ ਖਿਤਾਬ ਦਿੱਤਾ ਸੀ। ਇਹਨੂੰ ਆਪਾਂ ਦਿੰਨੇ ਆ ਏਰਾ ਫੇਰੀ 420 ਦਾ। ਇਹ ਨਵੀਂ ਸਰਕਾਰ ਨੂੰ ਏਰਾ ਫੇਰੀ 420 ਦਾ। ਇਹ ਸਾਰੇ ਲੋਕਾਂ ਨੂੰ ਪਤਾ ਹੈ। ਕਿੱਡੇ ਕਿੱਡੇ ਵਾਅਦੇ, ਕਿੱਡੇ ਫਰੇਬ ਕਰਦਾ ਸੀ। ਉਹਦੇ ਚੋਂ 25 ਪੈਸੇ ਵੀ ਨਹੀਂ ਕੰਮ ਹੋਇਆ। ਅਸੀਂ ਕਹਿੰਦੇ ਵੀ ਅੱਧ ਤਾਂ ਕੰਮ ਹੋ ਜੇ, ਅੱਧ ਵੀ ਨਹੀਂ ਹੋਇਆ। ਏਰਾ ਫੇਰੀ 420 ਵਾਲੀ ਸਰਕਾਰ ਆ ਗਈ। ਇਹ ਸਰਕਾਰ ਤਾਂ ਕਹਿੰਦੀ ਸੀ ਵੀ ਅਸੀਂ ਤਾਂ ਵੱਟ ਕੱਢ ਦਿਆਂਗੇ, ਦਿੱਲੀ ਮਾਡਲ ਲਾਗੂ ਕਰ ਦਿਆਂਗੇ। ਕੱਢ ਤਾਂ ਦਿੱਤੇ ਵੱਟ। ਜਿਹੜੇ ਲੋਕ ਇੱਥੇ ਧਰਨੇ ਤੇ ਬੈਠੇ ਆ ਵੱਟ ਹੀ ਆ। ਆ ਵੱਟ ਹੀ ਕੱਢਤੇ। ਜਿਹੜੇ ਲੋਕ ਦੁਖੀ ਹੋ ਗਏ, ਲੋਕਾਂ ਦੇ ਪੈਰ ਗਲ ਗਏ ਗੰਦੇ ਪਾਣੀ ਨਾਲ। ਇੱਥੋਂ ਲੋਕਾਂ ਨੂੰ ਜਾਣਾ ਪੈਂਦਾ ਬਰਨਾਲੇ, ਕੋਈ ਡਿਲੀਵਰੀ ਕਰਨ, ਕੋਈ ਬਿਮਾਰ ਆ, ਕੋਈ ਇੱਥੇ ਸਹੂਲਤਾਂ ਨਹੀਂ ਬਾਈ। ਇੱਥੇ ਤਾਂ ਲੋਕ ਦੁਖੀ ਤੋਂ ਦੁਖੀ ਆਉਂਦੇ। ਡਾਕਟਰ ਇਹ ਤਾਂ ਕਹਿੰਦੇ ਸੀ ਡਾਕਟਰ ਇੰਨੇ ਆ ਜਾਣਗੇ, ਹਸਪਤਾਲ ਇੰਨੇ ਸੋਹਣੇ ਹੋ ਜਾਣਗੇ ਵੀ ਤੁਸੀਂ ਕਹੋਗੇ ਵੀ ਨਜ਼ਾਰਾ ਹੀ ਆ ਗਿਆ। ਨਜ਼ਾਰਾ ਤਾਂ ਆਈ ਜਾਂਦਾ ਆ, ਨਜ਼ਾਰਾ ਹੀ ਆਈ ਜਾਂਦਾ। ਜਿਹੜੇ ਲੋਕ ਦੁਖੀ ਆ, ਲੋਕ ਅੱਕੇ ਵੇ ਬਹਿੰਦੇ ਆ ਧਰਨਿਆਂ ਤੇ, ਅੱਕੇ ਸੰਘਰਸ਼ ਕਰਦੇ ਆ। ਕੋਈ ਬਾਈ ਕਿਸੇ ਦਾ ਚਿੱਤ ਨਹੀਂ ਕਰਦਾ ਹੁੰਦਾ। ਕਿੰਨੇ ਮੁੰਡੇ ਦੇ ਨਾਲ ਤੁਰੇ, ਅਸੀਂ ਵੀ ਤੁਰੇ, ਤੇ ਸਾਨੂੰ ਹੀ ਹੁਣ ਨਾਅਰੇ ਲਾਉਣੇ ਪੈਂਦੇ। ਸੋ ਲੋਕ ਸਾਨੂੰ ਕਹਿੰਦੇ ਆ ਵੀ ਉਸ ਭਣੋਈਏ ਨੂੰ ਕਹੋ। ਇੱਥੋਂ ਕਹਿੰਦੇ ਲੋਕ ਵੀ ਉਦੋਂ ਤਾਂ ਨਾਲ ਖੱਟੀਆਂ ਪੱਗਾਂ ਬੰਨ੍ਹ ਕੇ ਤੁਰੇ ਫਿਰਦੇ ਸੀ, ਹੁਣ ਉਹਨੂੰ ਕਹੋ। ਹੁਣ ਦੱਸੋ ਕੀ ਆਪ ਨੂੰ ਸ਼ਰਮ ਆਉਂਦੀ ਆ ਬਾਈ? ਉਹਨੂੰ ਕਹਿੰਦੇ ਆ, ਬਸ ਉਹਦੇ ਆ ਕੇ ਮੁੜ ਜਾਂਦਾ। ਕੱਖ ਵੀ ਨਹੀਂ ਹੋਇਆ, ਕੁਛ ਵੀ ਨਹੀਂ ਹੋਇਆ। ਕਹਿੰਦੇ ਲਾਭ ਸਿੰਘ ਕੋ ਕਹਿੰਦੇ ਮੈਂ ਗਰੀਬਾਂ ਦਾ ਦਰਦ ਬਹੁਤ ਜਾਣਦਾ, ਮੈਂ ਗਰੀਬੀ ਵੇਖੀ ਹੈ। ਗਰੀਬੀ ਦੇਖੀ, ਗਰੀਬ ਨਹੀਂ ਨਾ ਦੇਖੇ। ਗਰੀਬੀ ਦੇਖਿਆ, ਗਰੀਬ ਨਹੀਂ ਦੇਖੇ। ਗਰੀਬੀ ਕੀ ਚੀਜ਼ ਹੁੰਦੀ ਆ ਇਹ ਗਰੀਬਾਂ ਨੂੰ ਪੁੱਛ ਕੇ ਦੇਖੋ। ਜਿਨ੍ਹਾਂ ਦੇ ਘਰਾਂ 'ਚ ਪਾਣੀ ਵੜਦਾ, ਘਰ ਡਿੱਗਦੇ ਆ, ਭੁੱਖੇ ਮਰਦੇ ਆ ਲੋਕ, ਤੇ ਉਹਨਾਂ ਨੂੰ ਗਰੀਬਾਂ ਨੂੰ ਪੁੱਛ ਕੇ ਦੇਖੋ। ਗਰੀਬ ਤਾਂ ਤੁਰੇ ਜਾਂਦੇ ਲੱਖਾਂ ਦੇਖਦੇ ਰਹਿਣੇ ਆ ਲੋਕਾਂ ਵੀ। ਜੇ ਰੁਪਈਆ ਵਾਅਦਾ ਕੀਤਾ ਉਹਦੇ ਵਿੱਚੋਂ 25 ਪੈਸੇ ਕਰ ਦੇਣ, ਧੰਨਵਾਦ ਕਰਾਂਗੇ ਸੀ। ਧੰਨਵਾਦ।